ਬਿਨਾ ਮਾਸਕ ਤੋਂ ਤੁਸੀਂ ਵੋਟ ਨਹੀਂ ਪਾ ਸਕਦੇ, ਬਿਨਾ ਮਾਸਕ ਤੋਂ ਤੁਹਾਡੀ ਕਿਤੇ ਐਂਟਰੀ ਨਹੀਂ, ਨੋ ਮਾਸਕ ਨੋ ਐਂਟਰੀ। ਤੇ ਬਿਨਾ ਮਾਸਕ ਤੋਂ ਤੁਸੀਂ ਰੈਲੀਆਂ ਕਰ ਸਕਦੇ ਹੋ। ਕੇਜਰੀਵਾਲ ਸਾਹਿਬ ਨੂੰ ਵੀ ਤਾਂ ਕਰੋਨਾ ਹੋ ਹੀ ਗਿਆ, ਤੇ ਕੀ ਉਹਨਾਂ ਨੇ ਬਹੁਤਿਆਂ ਦੀ ਜਾਨ ਖਤਰੇ 'ਚ ਨਹੀਂ ਪਾਈ? ਭਾਈ ਕਰੋਨਿਆ, ਤੂੰ ਕਿਸੇ ਹੋਰ ਮੁਲਕ ਦੇ ਵਿੱਚ ਜਾ, ਕਿਸੇ ਹੋਰ ਸੂਬੇ ਦੇ ਵਿੱਚ ਜਾ, ਕਿਸੇ ਹੋਰ ਪਾਸੇ ਜਾ, ਇੱਥੇ ਵੋਟਾਂ, ਇੱਥੇ ਦਨੋਂ ਦੇ ਲੀਡਰ ਫਿਰਨੇ ਨੇ। ਰਾਤ ਦਾ ਤੁਸੀਂ ਕਰਫਿਊ ਲਗਾਤਾ, ਰੈਲੀਆਂ ਤੁਸੀਂ ਰੋਕ ਨਹੀਂ ਰਹੇ। ਭਾਈ ਸਾਨੂੰ ਤੇ ਸਮਝ ਨਹੀਂ ਆਉਂਦਾ ਵੀ ਇਹ ਕੀ ਸਿਸਟਮ ਆ। ਅੱਗਾ ਦੌੜ ਤੇ ਪਿੱਛਾ ਚੌੜ ਹੋਈ ਜਾਂਦਾ। 1000 ਰੁਪਇਆ ਕਿਉਂ ਬਈ? ਨਕਮੇ ਆ ਪੰਜਾਬੀ। ਪੰਜਾਬੀਆਂ ਨਾਲੋਂ ਅਣਖ ਵਾਲਾ ਬੰਦਾ ਕੋਈ ਨਹੀਂ। ਸਾਡੀਆਂ ਧੀਆਂ ਭੈਣਾਂ ਨੂੰ ਤੁਸੀਂ 1000 ਰੁਪਏ ਦਿਓਗੇ, ਭਾਈ ਦੱਸ ਨਾ ਕਿ 1000 ਰੁਪਇਆ ਕਿਸੇ ਨੇ ਲੈਣਾ? ਮੇਰੀ ਘਰ ਵਾਲੇ ਨੂੰ ਦੋ, ਮੈਂ ਭਗਾ ਕੇ ਮਾਰੂ। ਖਰਾਚ ਖਾਨੇ ਆ। ਪੰਜਾਬੀ ਭੀਖ ਨਹੀਂ ਮੰਗਦਾ, ਨਾ ਭੀਖ ਚਾਹੀਦੀ ਐ। ਸੋ ਪਹਿਲਾ ਜਿਹੜਾ ਮੇਰੀ ਅਨਾਉਂਸਮੈਂਟ ਹੈ ਕਿ ਗ੍ਰਹਿਣੀਆਂ ਦੇ ਲਈ ਉਹਨਾਂ ਨੂੰ 2000 ਰੁਪਏ ਹਰ ਮਹੀਨੇ ਉਹਨਾਂ ਦੇ ਅਕਾਊਂਟ 'ਚ, ਔਰ ਉਹਦੇ ਨਾਲ 8 ਸਿਲੰਡਰ ਫ੍ਰੀ। ਜਿੱਦਣ ਕੇਜਰੀਵਾਲ ਨੇ 1000 ਰੁਪਏ ਦਿੱਤਾ ਸੀ, ਉਦੋਂ ਤੇ ਚੱਕ ਕੇ ਉਹਦੇ ਮੂੰਹ ਦੇ ਮਾਰਦੇ ਸੀ ਭੀਖ। ਹਾਂ, ਤੇ ਅੱਜ ਕਿਹੜੇ ਮੂੰਹ ਦੇ ਨਾਲ 2-2000 ਰੁਪਇਆ ਦੇ ਰਹੇ ਹੋ? ਉਦੋਂ ਤਾਂ ਕਹਿੰਦੇ ਸੀ ਪੰਜਾਬੀਆਂ ਦੀ ਅਣਖ ਨੂੰ ਵੰਗਾ ਰਿਹਾ ਹੈ, ਤੇ ਹੁਣ ਪੰਜਾਬੀਆਂ ਦੀ ਅਣਖ ਤੁਹਾਡੇ 2000 ਰੁਪਏ ਦੇ ਥੱਲੇ ਦੱਬ ਕੇ ਰਹਿ ਜੂ। ਸਤਪਾਲ ਮਲਿਕ, ਉਹਨਾਂ ਦੀ ਵੀ ਇੱਕ ਸੱਚੋ ਸੱਚੀ ਵੀਡੀਓ ਜਿਹੜੀ ਬੜੀ ਵਾਇਰਲ ਹੋਈ ਹੈ, ਔਰ ਉਹ ਕਹਿ ਰਹੇ ਨੇ ਕਿ ਮੋਦੀ ਸਾਹਿਬ ਹੋਰਾਂ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਇਦਾਂ ਦਾ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਮੈਂ ਗਿਆ, ਤੇ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਕਿਸਾਨ ਮਾਰ ਗਏ ਨੇ। ਕਹਿੰਦੇ ਮੇਰੇ ਲਈ ਮਰੇ। ਕਹਿੰਦੇ ਬਹੁਤ ਹੰਕਾਰੇ ਹੋਏ ਸੀਗੇ ਉਸ ਵੇਲੇ ਮੋਦੀ ਸਾਹਿਬ। किसानों के मामले में प्रधानमंत्री से मिलने गया तो मेरी 5 मिनट में लड़ाई हो गई। वो बहुत घमंड में थे। जब मैंने उन्हें कहा हमारे 500 लोग मर गए, तुम तो कुतियाँ मरती है तो चिट्ठी भेजते हो, तो उसने कहा मेरे लिए मरे। ਸਾਰੇ ਲੀਡਰ ਸਾਨੂੰ ਫ੍ਰੀ 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 ਫ੍ਰੀ, ਸਾਨੂੰ ਤੁਸੀਂ ਇਹ ਜਿਹੜੀਆਂ ਗੱਲਾਂ ਕਰਦੇ ਹੋ 20,000 ਰੁਪਇਆ ਦੇਣ ਦੀਆਂ, ਤੁਸੀਂ 20,000 ਰੁਪਏ ਦੀਆਂ ਨੌਕਰੀਆਂ ਤਾਂ ਦਿਓ। ਸਾਡੇ ਖਾਤੇ ਦੇ ਵਿੱਚ ਤੁਸੀਂ ਪੈਸੇ ਬਾਅਦ ਵਿੱਚ ਪਾਇਓ, ਪਹਿਲਾਂ ਪੰਜਾਬ ਨੂੰ ਆਪਣੇ ਪੈਰਾਂ ਸਿਰ ਖੜਾ ਕਰ ਦਿਓ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਪ੍ਰੋਗਰਾਮ ਪੰਜਾਬੀ ਸੱਤ ਵਿੱਚ ਤੁਹਾਡਾ ਸਾਰਿਆਂ ਦਾ ਦਿਲੀ ਇਸਤਕਬਾਲ, ਖੈਰ ਮਕਦਮ, ਸਵਾਗਤਮ, ਜੀ ਆਇਆਂ ਨੂੰ। ਇਸ ਵੇਲੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ, ਤੇ ਨਾਲ ਦੀ ਨਾਲ ਤੁਸੀਂ ਮੈਨੂੰ ਵੀ ਦੇਖ ਰਹੇ ਹੋ ਜੀ। ਮੇਰਾ ਘਰਦਿਆਂ ਨੇ ਨਾਮ ਚਰਨਜੀਤ ਜੋਗੀ ਰੱਖਿਆ, ਤੇ ਤੁਹਾਨੂੰ ਪਤਾ ਨਵਾਂ ਸਾਲ ਸਾਡੇ ਦੇ ਵਾਸਤੇ ਬਹੁਤ ਚੰਗਾ ਚੜਿਆ। ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਮੈਂ ਕਿਹਾ 2022 ਬਈ 22 ਬਣ ਕੇ ਚੰਗਾ ਚੜ੍ਹੀ, ਤੇ ਸਾਨੂੰ ਮੂੰਹੋਂ ਮੰਗੀਆਂ ਮੁਰਾਦਾਂ ਮਿਲਣ। ਸਾਨੂੰ ਮਿਲ ਗਈ ਜੀ ਮੂੰਹੋਂ ਮੰਗੀ ਮੁਰਾਦ। ਰਮਨੀਕ ਕੌਰ ਜਿਹੜੀ ਹੈ, ਉਹਨੂੰ ਸਾਡੇ ਕੈਮਰਾਮੈਨ ਨੇ ਕਿਹਾ ਕਿ ਫੋਕਸ ਕਰਾਓ। ਅਗਲੀ ਨੇ ਫੋਕਸ ਕੀਤਾ ਨਹੀਂ, ਉਹ ਕੈਮਰਾ ਭਾਰਾ ਸੀਗਾ, ਉਹ ਲੈ ਕੇ ਉਹਦੇ ਕੋਲ ਚਲੇ ਗਏ। ਉਹਦੇ ਸਿਰ ਦੇ ਕੋਲ ਲਿਜਾ ਕੇ ਕੈਮਰਾ ਉਹਨਾਂ ਦੇ ਹੱਥੋਂ ਛੁੱਟ ਗਿਆ। ਪੂਰੀ ਦੁਨੀਆ ਦਾ ਫੋਕਸ ਹੋ ਗਿਆ, ਜਿਹੜੀ ਕਿ ਉਹਨਾਂ ਦੀ ਜ਼ਿੰਦਗੀ ਦਾ ਫੋਕਸ ਹੋ ਗਿਆ। ਤੇ ਖੈਰ, ਹੁਣ ਤੁਸੀਂ ਮੇਰੇ ਤੇ ਫੋਕਸ ਰੱਖਿਓ। ਅੱਜ ਆਪਾਂ ਨਾਲ ਕਿਸੇ ਨੂੰ ਨਹੀਂ ਲੈ ਕੇ ਆਏ। ਐਕਸਕਿਊਜ਼ ਮੀ, ਬੂਬੀ ਇੱਧਰ ਕਰਿਓ। ਕਰ ਲਿਆ ਜੀ। ਆਏ ਰਮਨੀਕ ਕੌਰ ਦਾ ਭੂਤ ਬੈਠਾ ਹੈ। ਇਸੇ ਤੋਂ ਤਾਂ ਛੁਟਕਾਰਾ ਚਾਹੁੰਦੇ ਜੀ। ਹੈ ਕੋਈ ਐਸਾ ਲਾਲ ਪੀਲੀ ਨੀਲੀ ਹਰੀ ਭੂਰੀ ਕਿਤਾਬ ਦਾ ਮਾਰ ਕਿ ਜਿਹੜਾ ਮੇਰਾ ਛੁਟਕਾਰਾ ਕਰਾ ਸਕੇ? ਤੁਹਾਡਾ ਛੁਟਕਾਰਾ ਨਹੀਂ ਹੋਣਾ, ਪਰ ਤੁਹਾਡੇ ਇਸ ਚੱਕਰ ਦੇ ਵਿੱਚ ਨਾ ਮੇਰਾ ਵਿਚਾਰ ਰਹਿ ਚੱਲਾ ਸੀ। ਓਏ ਹੋਏ, ਵਿਚਾਰੀ ਦਾ ਵਿਚਾਰ ਆਪਾਂ ਰਹਿਣ ਦੇਣਾ ਜੀ। ਖੈਰ, ਏਦਾਂ ਜੇ ਹੁਣ ਕਹੀਏ ਵੀ ਕਦੇ ਹੁੰਦਾ ਨਹੀਂ ਵੀ ਕਾਂ ਦੇ ਆਖੇ ਢੱਗੇ ਮਰਦੇ ਨਹੀਂ ਹੁੰਦੇ। ਤੇ ਚਲੋ ਖੈਰ, ਸਾਡੇ ਨਾਲ ਨੇ, ਨਾਲ ਨਾਲ ਰਹੋ, ਚੰਗੀਆਂ ਗੱਲਾਂ ਕਰੋ, ਚੰਗੇ ਵਿਚਾਰ ਰੱਖੋ। ਵਿਚਾਰ ਇਹ ਹੈ ਜੀ ਕਿ ਜ਼ਿੰਦਗੀ ਦੇ ਵਿੱਚ ਠਹਿਰਾਵ ਚੰਗਾ ਨਹੀਂ ਹੁੰਦਾ, ਖੜੋਤ ਚੰਗੀ ਨਹੀਂ ਹੁੰਦੀ। ਜ਼ਿੰਦਗੀ ਦੇ ਵਿੱਚ ਤੂਫਾਨ ਵੀ ਆਉਣੇ ਜ਼ਰੂਰੀ ਨੇ, ਔਰ ਸਾਡੇ ਤੂਫਾਨ ਮੇਲ ਤੇ ਚਰਨਜੀਤ ਜੋਗੀ ਨੇ, ਮਾਸ਼ਾਅੱਲਾ। ਦੇਖੋ ਗੱਲ ਹੈ ਕਿ ਫੁਰਤੀਆਂ ਇੰਨੀਆਂ ਕਾਲੀਆਂ, ਇਹ ਜਿਹੜੀਆਂ ਕਾਲੀਆਂ ਤੇ ਫੁਰਤੀਆਂ ਜਿਹੜੀਆਂ ਨਾ, ਇਹ ਬੰਦੇ ਨੂੰ ਬਹੁਤ ਕਾਮਯਾਬ ਕਰਦੀਆਂ। ਇਹ ਤਾਂ ਫੁਰਤੀਆਂ ਤੋਂ, ਕਾਲੀਆਂ ਤੋਂ ਮੈਨੂੰ ਇੱਕ ਕਹਾਣੀ ਯਾਦ ਆਈ। ਕਈ ਵਾਰ ਬਹੁਤੀ ਕਾਲੀ ਵੀ ਨਾ ਬੰਦੇ ਦੇ ਗੋਡਿਆਂ ਤੇ ਗਿੱਟਿਆਂ ਦੇ ਵਿੱਚ ਬਹਿ ਜਾਂਦੀ ਹੈ। ਬਿਲਕੁਲ। ਇੱਕ ਵਾਰੀ ਇੱਕ ਸ਼ਾਹ ਜੀ ਨੇ ਬੰਦਾ ਰੱਖਿਆ ਸੀ ਆਪਣੇ ਵਾਸਤੇ। ਅੱਛਾ। ਕਿ ਉਹਨੇ ਵੀ ਉਹਨੂੰ ਸਮਾਨ ਸਮੂਹ ਲੈਣ ਦੇ ਲਈ ਭੇਜਣਾ, ਕਿਤੇ ਬਾਜ਼ਾਰ ਭੇਜ ਦਿੱਤਾ, ਕਦੇ ਕਿਤੇ ਭੇਜ ਦਿੱਤਾ। ਲਓ ਜੀ, ਉਹ ਕੀ ਬੰਦਾ ਕੋਈ ਪਿੰਡ ਦੇ ਵਿੱਚ ਕੋਈ ਅਮਲੀ ਜਿਹਾ ਸੀਗਾ। ਅੱਛਾ। ਉਹਨੂੰ ਕਿਹਾ ਵੀ ਤੂੰ ਆ ਜਾ, ਮੇਰਾ ਕੰਮ ਕਰ ਦਿਆ ਕਰ, ਤੇ ਤੈਨੂੰ ਆਪਾਂ ਖਾਣਾ ਖੂਣਾ ਖਿਲਾ ਦਿਆ ਕਰਾਂਗੇ, ਥੋੜੇ ਬਹੁਤ ਪੈਸੇ ਵੀ ਦੇ ਦਿਆ ਕਰਾਂਗੇ। ਲਓ ਜੀ, ਉਹ ਬੰਦਾ ਉਹਦੇ ਨਾਲ ਕੰਮ ਕਰਨ ਲੱਗ ਪਿਆ। ਇੱਕ ਦਿਨ ਸ਼ਾਹ ਜੀ ਰੋਟੀ ਖਾਣ ਲੱਗੇ, ਤੇ ਕਹਿੰਦੇ ਯਾਰ ਦਹੀਂ ਹੈ ਨੀਗਾ। ਉਹ ਕਹਿੰਦਾ ਗੱਲ ਸੁਣ ਬਈ ਨਸੀਬਿਆ, ਤੂੰ ਦਹੀਂ ਲੈ ਗਿਆ। ਉਹਨੂੰ ਬਾਜ਼ਾਰ ਭੇਜਿਆ। ਬਾਜ਼ਾਰ ਉੱਥੇ ਕਹਿੰਦੇ ਨੇ ਭੈੜੇ ਯਾਰ ਮੇਰੀ ਫੱਤੋ ਦੇ। ਉੱਥੇ ਉਦਾਂ ਦੇ 4-5 ਉਹਦੇ ਯਾਰ ਮਿਲ ਗਏ।
ਯਾਰ ਮਿਲ ਗਏ ਤੇ ਉੱਥੇ ਬੈਠ ਗਏ। ਬੈਠ ਕੇ ਕੋਈ ਉਹਨਾਂ ਨੇ ਫਿਰ ਆਪਣੀਆਂ ਖੁਰਾਕਾਂ ਛਕ ਲਈਆਂ। ਅੱਛਾ, ਖੁਰਾਕਾਂ ਛਕ ਲਈਆਂ ਤੇ ਫਿਰ ਉੱਥੇ ਢੇਰੀ ਹੋ ਗਏ। ਦਹੀਂ ਕਿੱਥੇ ਗਈ? ਤਾਂ ਦਹੀਂ ਕਿੱਥੇ ਸੁੱਜਦੀ ਜਦੋਂ ਯਾਰ ਮਿੱਤਰ ਪੁਰਾਣੇ ਬੇਲੀ ਸਹੇਲੀ ਮਿਲੇ ਹੋਣ, ਫਿਰ ਦਹੀਆਂ ਦੁਈਆਂ ਨਹੀਂ ਲੱਭਦੇ। ਲਓ ਜੀ, ਉਹ ਵਿਚਾਰਾ ਉਦਾਂ ਹੀ ਸੌਂ ਗਿਆ ਉੱਥੇ ਹੀ। ਅੱਛਾ, ਓਏ ਹੋਏ ਹੋਏ, ਸੁੱਤਾ ਰਿਹਾ। ਦਿਨ ਸ਼ਾਮ ਦੇ ਵਿੱਚ ਬਦਲਿਆ, ਸ਼ਾਮ ਰਾਤ ਵਿੱਚ ਬਦਲ ਗਈ, ਰਾਤ ਤੋਂ ਬਾਅਦ ਫਿਰ ਸਵੇਰ ਹੋਈ। ਜਦੋਂ ਸਵੇਰ ਹੋਈ ਉਹਨੂੰ ਚੇਤਾ ਆਇਆ, ਕਹਿੰਦਾ ਓਏ ਹੋਏ 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 ਹੋਏ, ਮੈਨੂੰ ਤੇ ਸ਼ਾਹ ਜੀ ਨੇ ਦਹੀਂ ਲੈਣ ਭੇਜਿਆ। ਅੱਗ ਲੱਗ ਜਾਏ ਮੈਨੂੰ ਤਾਂ ਇਹਨਾਂ ਨੇ ਯਾਰੀਆਂ ਦੋਸਤੀ ਨੇ ਮਰਵਾ ਦੇਣਾ। ਫਟਾਫਟ ਉੱਠਿਆ, ਉੱਠ ਕੇ ਜਦੋਂ ਨਾ ਦਹੀਂ ਲੈਣ ਪਹੁੰਚਿਆ ਦੁਕਾਨ ਤੇ, ਦੁਕਾਨਦਾਰ ਨੂੰ ਕਹਿੰਦਾ ਕਿ ਆ ਲੈ ਫੜ ਪੈਸੇ, ਮੈਨੂੰ ਦਹੀਂ ਫੜਾ ਦੇ। ਉਹ ਦਹੀਂ ਲੈ ਕੇ ਜੀ ਨੱਠਾ ਹੀ ਗਿਆ ਕਾਹਲੀ ਦੇ ਵਿੱਚ। ਘਰ ਨੂੰ ਵੀ ਸ਼ਾਹ ਜੀ ਕਿਤੇ ਗੁੱਸੇ ਨਾ ਹੋਣ। ਜਦੋਂ ਜੀ ਜਾਣ ਲੱਗਾ, ਦਰਵਾਜ਼ੇ ਦੇ ਵਿੱਚੋਂ ਵੜਨ ਲੱਗਾ ਤੇ ਸਰਦਣ ਜੀ ਜਿਹੜੀ ਹੁੰਦੀ ਉਹਦੇ ਵਿੱਚ ਪੈਰ ਫਸਿਆ, ਠਾ ਕਰਦਾ ਦਹੀਂ ਇੱਧਰ ਆਪ ਇੱਧਰ। ਸ਼ਾਹ ਜੀ ਬੈਠੇ ਰੋਟੀ ਖਾਣ, ਉਹੀ ਟਾਈਮ ਹੋ ਗਿਆ। ਕਹਿੰਦਾ ਕੌਣ ਆ, ਕੌਣ ਮਰਿਆ? ਕਹਿੰਦਾ ਸ਼ਾਹ ਜੀ ਤੁਹਾਡੀਆਂ ਤਾਂ ਕਾਲੀਆਂ ਨੇ ਮਰਵਾਤਾ ਸਾਨੂੰ। ਸੋ ਇਦਾਂ ਜਿਹੜੀਆਂ ਕਾਲੀਆਂ ਹੁੰਦੀਆਂ ਨਾ, ਇਹ ਕਾਲੀਆਂ ਬੰਦੇ ਨੂੰ ਮਰਵਾ ਦਿੰਦੀਆਂ। ਕਹਿਣ ਦਾ ਮਤਲਬ ਖੜੋਤ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ, ਖੜੋਤ ਵੀ ਤੋੜਨੀ ਜ਼ਰੂਰੀ ਹੈ ਔਰ ਕਾਲੀ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ, ਕਿਉਂਕਿ ਖੜੋਤ ਵੀ ਮਾਰਦੀ ਹੈ, ਬਹੁਤੀ ਕਾਲੀ ਵੀ ਮਾਰਦੀ ਹੈ। ਸੋ ਸਾਨੂੰ ਸੰਜਮ ਦੇ ਨਾਲ, ਠਰਮੇ ਦੇ ਨਾਲ, ਜੋਸ਼ ਦੇ ਨਾਲ ਤੇ ਹੋਸ਼ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਅੱਗੇ ਵਧਦੇ ਮੈਨੂੰ ਯਾਦ ਆਇਆ ਕਿ 2022 ਦੇ ਵਿੱਚ ਤੁਸੀਂ ਤਾਂ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਨਹੀਂ ਕਰ ਸਕੇ, ਪਰ ਮੈਂ ਸੁਣਿਆ ਵੀ ਤੁਸੀਂ ਇੱਕ ਸੰਕਲਪ ਵੀ ਲਿਆ ਵੀ ਤੁਸੀਂ ਨਾਨ ਵੈਜ ਛੱਡ ਦਿੱਤਾ। ਬਿਲਕੁਲ ਜੀ, ਮੈਂ ਪਿਓਰ ਵੈਜੀਟੇਰੀਅਨ ਬਣ ਜਾਣਾ। ਜਿੱਦਣ ਹੁਣ ਬੰਦਾ ਇਹ ਸੋਚਦਾ ਨਾ ਕਿ ਮੈਂ ਪਿਓਰ ਵੈਜੀਟੇਰੀਅਨ ਬਣ ਜਾਣਾ, ਜਾਂ ਮੈਂ ਆਪਣਾ ਨਹੀਂ ਲਾਲਚ, ਉਹ ਤਾਂ ਲਾਲਚ ਹੁੰਦਾ ਬੰਦੇ ਦੇ ਮਨ ਦੇ ਵਿੱਚ। ਪਰ ਇਹ 31 ਤਰੀਕ ਮੇਰੇ ਸਾਡੇ ਕੋਈ ਮੈਰਿਜ ਫੰਕਸ਼ਨ ਸੀਗਾ। ਅੱਛਾ, ਤੇ ਉਦੋਂ ਜਾਗੋ ਸੀਗੀ। ਮੈਂ ਸੋਚਿਆ ਵੀ ਅੱਜ 31 ਤਰੀਕ ਹੈਗੀ ਆ, ਵੀ ਅੱਜ ਦਾ ਕੋਟਾ ਨਿਬੇੜ ਦਈਏ। ਲਓ ਜੀ, ਨਿਬੇੜਨ ਦੇ ਚੱਕਰ ਦੇ ਵਿੱਚ ਅਸੀਂ ਤਾਂ ਬੈਠੇ ਆ ਕਿਸੇ ਪਾਰਟੀ ਦੇ ਵਿੱਚ, ਤੇ ਪਾਰਟੀ ਦੇ ਵਿੱਚ ਉਹ ਚਿਕਨ ਵਗੈਰਾ ਆ ਰਿਹਾ। ਹਾਏ ਹਾਏ ਹਾਏ, ਮੈਂ ਦੇਖ ਰਿਹਾ ਉਹਦੇ ਵੱਲ ਲਚਾਈਆਂ ਜੀ ਅੱਖਾਂ ਦੇ ਨਾਲ, ਤੇ ਮੈਂ ਸੋਚਿਆ ਚਲੋ ਅੱਜ ਖਾ ਲੈਨੇ ਆ, ਕੱਲ ਤੋਂ ਬੰਦ ਹੀ ਕਰ ਦੇਣਾ। ਲਓ ਜੀ, ਕਹਿਣ ਦਾ ਮਤਲਬ ਮੈਂ ਹਾਕ ਮਾਰੀ, ਮੈਂ ਕਿਹਾ ਯਾਰ ਲੈਗ ਪੀਸ ਲੈ ਕੇ ਆਓ। ਉਹ ਕਹਿੰਦਾ ਜੀ ਭਾਜੀ ਲੈਗ ਪੀਸ ਹੈ ਹੀ ਨਹੀਂ। ਮੈਂ ਕਿਹਾ ਲੈਗ ਪੀਸ ਹੈ ਨਹੀਂ ਮਾਮਾ, ਕੁੱਕੜ ਤੁਹਾਡਾ ਫੌੜੀਆਂ ਤੇ ਤੁਰਦਾ ਸੀਗਾ, ਉਹ ਲੰਗੜਾ ਸੀਗਾ। ਫਿਰ ਲੱਭ ਕੇ ਵਿਚਾਰਾ ਲਿਆਇਆ। ਚਲੋ ਕਹਿਣ ਦਾ ਮਤਲਬ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ, ਇਹ ਨਾ ਇੱਥੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ। ਕਹਿੰਦੇ ਨਾ ਕਿ ਜਦੋਂ ਕੋਈ ਚੀਜ਼ ਨੂੰ ਸ਼ਿੱਦਤ ਨਾਲ ਚਾਹੋ, ਪੂਰੀ ਕਾਇਨਾਤ ਉਹਨੂੰ ਲਿਆਉਣ ਦੇ ਵਾਸਤੇ ਜੁਟ ਜਾਂਦੀ ਹੈ, ਹਨਾ। ਜਦੋਂ ਕਿਤੇ ਕੋਈ ਬੰਦਾ ਕਿਸੇ ਚੀਜ਼ ਤੋਂ ਦੂਰ ਜਾਣਾ ਚਾਹਵੇ, ਪੂਰੀ ਕਾਇਨਾਤ ਤੁਹਾਡੇ ਸਾਹਮਣੇ ਉਹ ਲਾਹਨਤੀ ਚੀਜ਼ ਰੱਖਦੀ ਹੈ। ਤੇ ਕਈ ਵਾਰ ਉਦਾਂ ਹੀ ਲਾਹਨਤਾਂ ਪੈ ਜਾਂਦੀਆਂ ਬੰਦੇ ਨੂੰ। ਘਰ ਵਾਲੀ ਦੇ ਨਾਲ ਕਿਸੇ ਘਰ ਵਾਲੀ ਦੀ ਲੜਾਈ ਹੋ ਗਈ, ਉਹ ਕਹਿੰਦਾ ਕਿ ਯਾਰ ਹਰ ਵੇਲੇ ਮੈਨੂੰ ਤੰਗ ਕਰਦੀ ਆ, ਤਕਲੀਫ ਦਿੰਦੀ ਆ, ਦੁੱਖ ਦਿੰਦੀ ਆ, ਕਿ ਤੂੰ ਸਿਰਫ ਮੇਰੇ ਕਰਕੇ ਹੀ ਆ, ਮੇਰੇ ਕਰਕੇ ਘਰ ਚੱਲਦਾ। ਮੈਂ ਸਵੇਰੇ ਉੱਠਦੀਆਂ, ਨਿਆਣਿਆਂ ਨੂੰ ਤਿਆਰ ਕਰਦੀਆਂ, ਮੈਂ ਏਦਾਂ ਕਰਦੀ, ਮੈਂ ਉਦਾਂ ਕਰਦੀ, ਫਲਾਨਾ ਟਮਕਾਨਾ, ਇਹ ਉਹ ਰੋਜ਼ ਕਹਿੰਦਾ ਮੇਰੇ ਕੰਨ ਹੀ ਖਾ ਲੈਂਦੀ ਆ। ਅੱਛਾ, ਵੀ ਮੇਰੇ ਕੰਨ ਦੋ ਸੀ, ਹੁਣ ਤਾਂ ਉਹ ਵੀ ਨਹੀਂ ਰਹਿ ਗਏ। ਤੇ ਕਰਦੇ ਕਰਾਉਂਦੇ ਉਹ ਜਦੋਂ ਫਿਰ ਲੜਾਈ ਹੋਈ, ਵਾਹ ਖੂਬ ਗੱਲਾਂ ਬਾਤਾਂ ਦੀਆਂ ਤਲਵਾਰਾਂ ਚੱਲੀਆਂ ਤੇ ਆਪਸ ਵਿੱਚ ਦੋਨੋਂ ਰੁੱਸ ਗਏ। ਅੱਛਾ, ਬੰਦਾ ਰਾਤ ਨੂੰ ਸੋਚਦਾ, ਸੁੱਤਾ ਪਿਆ, ਕਹਿੰਦਾ ਯਾਰ ਇਸ ਜਨਾਨੀ ਨੇ ਮੈਨੂੰ ਪਰੇਸ਼ਾਨ ਬਹੁਤ ਕਰ ਦਿੱਤਾ, ਇਹਨੇ ਤਾਂ ਨਹੀਂ ਜੀਣ ਦੇਣਾ, ਇਹਨੇ ਮੈਨੂੰ ਜੀਣ ਨਹੀਂ ਦੇਣਾ। ਜਿਹੜੀ ਕਹਿੰਦੀ ਆ ਨਾ ਕਿ ਮੇਰੇ ਤੇ ਹੀ ਘਰ ਟਿਕਿਆ ਹੋਇਆ, ਵੀ ਇਹਨੇ ਵੀ ਟਟੀਰੀ ਵਾਂਗੂ ਸਮਾਨ ਸਿਰ ਤੇ ਚੱਕਿਆ, ਅੱਜ ਮੈਂ ਇਹਦੀ ਮਿੱਥ ਤੋੜ ਦੇਣੀ। ਸਵੇਰੇ ਤੜਕੇ ਉੱਠਿਆ, ਜਦੋਂ ਤੜਕੇ ਉੱਠਿਆ ਘਰ ਵਾਲੀ ਨੇ ਉਹਨੂੰ ਗਹਿਰਾ ਜਿਹਾ ਝਾਕਿਆ, ਜਿੱਦਾਂ ਮੱਝ ਬਰੂ ਖਾ ਕੇ ਝਾਕਦੀ ਹੁੰਦੀ। ਉਹ ਉੱਠ ਕੇ ਰਸੋਈ ਦੇ ਵਿੱਚ ਗਿਆ, ਭਾਂਡੇ ਭੁੰਡੇ ਉਹਨੇ ਚੱਕੇ, ਚਾਹ ਚੂਹ ਬਣਾਉਣ ਲੱਗ ਪਿਆ। ਨਿਆਣੇ ਨੂੰ ਫਟਾਫਟ ਵਾਲੇ, ਨਿਆਣੇ ਵਿਚਾਰੇ ਲੀਰਾ ਮਾਰ ਲਵੇ, ਬਾਬਾ ਨਹੀਂ ਬਾਬਾ ਨਹੀਂ, ਨਿਆਣੇ ਨੂੰ ਫਟਾਫਟ ਨਵਾਇਆ ਧਵਾਇਆ, ਤਿਆਰ ਕੀਤਾ, ਟਾਈਆਂ ਛਾਈਆਂ ਲਾਈਆਂ, ਉਹਨਾਂ ਦੇ ਬੈਗ ਬੂਗ ਗਲ ਦੇ ਵਿੱਚ ਪਾਏ, ਟਿਫਨ ਟੁਫਨ ਉਹਨਾਂ ਦੇ ਕੀਤੇ ਸਾਰੇ ਤਿਆਰ। ਸਕੂਲੇ ਤੋਰਨ ਜਦੋਂ ਲੱਗਾ, ਘਰ ਵਾਲੀ ਨੇ ਲਾ ਕੇ ਚਾਦਰ ਜੀ ਦੇਖੀ, ਕਹਿੰਦੇ ਮਰ ਜਾਣੇ ਇਹਨਾਂ ਨੂੰ, ਕਿੱਥੇ ਤੋਰਨ ਲੱਗਾ, ਅੱਜ ਤੇਰੇ ਪਿਓ ਦਾ ਐਤਵਾਰ ਆ। ਇਸ ਲਈ ਕਹਿੰਦੇ ਜਨਾਨੀਆਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ। ਨਹੀਂ ਲੈਣਾ ਚਾਹੀਦਾ ਜੀ ਭਾਈ, ਤੌਬਾ, ਕੰਨਾਂ ਨੂੰ ਹੱਥ ਲਾ ਕੇ ਰੱਖੋ। ਵੈਸੇ ਤੁਹਾਡੇ ਨਾਲ ਕਦੀ ਕੋਈ ਇਦਾਂ ਦਾ ਵਾਕਿਆ ਹੋਇਆ ਹੋਵੇ? ਦੇਖੋ ਹੁਣ ਐਵੇਂ ਇੱਥੇ ਕਈ ਘਰ ਵਾਲੀਆਂ ਵੀ ਦੇਖਦੀਆਂ ਹੋਣਗੀਆਂ, ਠੀਕ ਹੈ ਨਾ, ਤੇ ਉਹ ਕਹਿਣਗੇ ਵੀ ਸਾਨੂੰ ਵੀ ਇਹ ਸਾਡੀ ਦੁਆਲੇ ਹੋ ਗਏ। ਪਰ ਗੱਲ ਇਹ ਹੈ ਕਿ ਜਿਹੜਾ ਹਾਸਾ, ਜਿਹੜਾ ਮਜ਼ਾਕ, ਜ਼ਿੰਦਗੀ ਦਾ ਸਵਾਦ ਇਹ ਘਰਾਂ ਦੇ ਵਿੱਚੋਂ ਤਾਂ ਨਿਕਲਦਾ। ਬਿਲਕੁਲ ਇਦਾਂ ਹੀ ਇੱਕ ਘਰ ਵਾਲੇ ਦਾ ਵਿਆਹ ਹੋਇਆ। ਅੱਛਾ, ਤਾਂ ਹੀ ਘਰ ਵਾਲਾ ਬਣਿਆ। ਤਾਂ ਹੀ ਘਰ ਵਾਲਾ ਬਣਿਆ, ਗੱਲ ਵੀ ਸਹੀ ਆ। ਨਹੀਂ ਵੈਸੇ ਘਰ ਦੇ ਵਿੱਚ ਹੀ ਰਹਿੰਦਾ ਸੀ, ਤੇ ਜਿਹੜਾ ਫਲੈਟ 'ਚ ਰਹਿੰਦਾ ਉਹਨੂੰ ਫਲੈਟ ਵਾਲਾ ਵੀ ਕਹਿੰਦੇ ਆ, ਘਰ ਦੇ ਵਿੱਚ ਰਹਿਣ ਵਾਲੇ ਨੂੰ ਘਰ ਵਾਲਾ ਕਹਿੰਦੇ। ਤੇ ਵਿਆਹ ਜਦੋਂ ਹੋ ਗਿਆ, ਪਹਿਲਾਂ ਤਾਂ ਰੁੱਸਿਆ ਫਿਰਦਾ ਸੀ ਕਿ ਵਿਆਹ ਨਹੀਂ ਕਰਾਉਣਾ, ਘਰਦਿਆਂ ਨੂੰ ਕਹਿੰਦਾ ਮੈਂ ਨਹੀਂ ਰਹਿਣ ਦੋ, ਤੰਗੀ ਹੁੰਦੀ ਆ ਕਈ ਵਾਰੀ ਬਾਅਦ ਵਿੱਚ ਵੀ। ਫਿਰ ਉਹ ਵਿਆਹ ਕਰਾ ਗਿਆ। ਅੱਛਾ, ਸਵੇਰ ਨੂੰ ਕੀ ਹੋਇਆ, ਘਰ ਵਾਲੀ ਉਹਦੀ ਉੱਠੀ ਸਾਰਿਆਂ ਤੋਂ ਪਹਿਲਾਂ,
ਆਹੋ ਤੜਕਸਾਰ ਜਦੋਂ ਉੱਠ ਕੇ ਉਹਨੇ ਕੀ ਕੀਤਾ ਕਿ ਆਪਣਾ ਹਨਾ ਸਾਰਿਆਂ ਦੇ ਵਾਸਤੇ ਚਾਹ ਪਾਣੀ ਤਿਆਰ ਕੀਤਾ, ਵਾਹ, ਟਰੇ ਦੇ ਵਿੱਚ ਰੱਖਿਆ, ਓਹੋ, ਆਪਣੇ ਘਰ ਵਾਲੇ ਦੇ ਲਈ ਚਾਰ ਨਾਲ ਸਾਈਡ ਤੇ ਬਿਸਕੁਟ ਬਕੀ ਜਿਹੀ ਤੇ ਲਿਜਾ ਕੇ ਉਹਦੇ ਕੋਲ ਚਾਹ ਰੱਖੀ। ਉਹਨੇ ਚਾਹ ਚੁਸਕੀਆਂ ਲੈ ਲੈ ਕੇ ਤੜਪਾ ਕੇ ਪੀਤੀ। ਬੜਾ ਉਹਨੂੰ ਸਵਾਦ ਆਇਆ। ਮੁੜ ਕੇ ਉੱਠਿਆ ਜਦੋਂ ਜਾ ਕੇ ਵਾਸ਼ਰੂਮ ਦੇ ਵਿੱਚ ਕੀ ਦੇਖਦਾ, ਉਹਦੇ ਕੱਪੜੇ ਐਨ ਟੰਗੇ ਪਏ, ਵਾਹ, ਸਲੀਕੇ ਦੇ ਨਾਲ, ਸਾਬਣ, ਤੌਲੀਆ, ਕੱਛਾ, ਸਾਰਾ ਕੁਝ ਜਿਹੜੀ ਚੀਜ਼ਾਂ ਬੰਦੇ ਮੰਗਦੇ ਹੀ ਆ। ਲਾਜੀ ਉਹ ਬੜਾ ਖੁਸ਼ ਹੈ। ਉਸ ਤੋਂ ਬਾਅਦ ਜਦੋਂ ਬਾਹਰ ਆਇਆ, ਆਉਂਦੇ ਨੂੰ ਹੀ ਸਾਰਾ ਕੁਝ ਤਿਆਰ ਮਿਲਿਆ। ਉਹਦੇ ਕੱਪੜੇ, ਉਹਦੀਆਂ ਟਾਈਆਂ ਸ਼ਾਈਆਂ, ਸਾਰਾ ਕੁਝ। ਨਾਸ਼ਤੇ ਵਾਲਾ ਟੇਬਲ ਤੇ ਨਾਸ਼ਤਾ ਸਜਿਆ। ਮੈਂ ਕਿਹਾ ਜੀ ਬੰਦਾ ਬਾਗੋ ਬਾਗ। ਉਹ ਤਾਂ ਕਹਿੰਦਾ ਵੀ ਮੈਂ ਤਾਂ ਤਰ ਗਿਆ ਵਿਆਹ ਕਰਕੇ। ਇੰਨਾ ਖੁਸ਼, ਉਹਦੀਆਂ ਅੱਖਾਂ 'ਚ ਪਾਣੀ, ਆਏ ਮਾਸੂਮ ਇੱਥਾ ਪਰਲ ਪਾਣੀ ਜਾਵੇ। ਘਰ ਵਾਲੀ ਦਾ ਹੱਥ ਫੜ ਲਿਆ, ਹਾਂ, ਕਹਿੰਦਾ ਮੈਂ ਤੇ ਐਵੇਂ ਡਰਦਾ ਸੀ ਵਿਆਹ ਤੋਂ ਕਿ ਵਿਆਹ ਕਰਾ ਕੇ ਜੂਨ ਖਰਾਬ ਹੋ ਜਾਂਦੀ, ਤੂੰ ਤੇ ਮੇਰੀ ਜੂਨ ਸੁਧਾਰਤੀ। ਆ ਏਦਾਂ ਮੈਨੂੰ ਰੋਜ਼ ਮਿਲਣ ਲੱਗ ਪਵੇ, ਮੈਂ ਤਾਂ ਸਮਝੂਗਾ ਸਵਰਗ 'ਚ ਆ ਗਿਆ ਮੈਂ। ਉਹਨੇ ਹੱਥ ਚੜਾਇਆ, ਕਹਿੰਦੀ ਬੜਾ ਸਵਰਗਵਾਸੀ ਬਣਨ ਦੀ ਕੋਸ਼ਿਸ਼ ਨਾ ਕਰ, ਇਹ ਸਿਰਫ ਡੈਮੋ ਸੀ। ਏਦਾਂ ਹੀ ਕੱਲ ਨੂੰ ਤੈਅ ਕਰਨਾ ਸਵੇਰੇ ਉੱਠ ਕੇ ਤੇ ਮੈਂ ਆਰਾਮ ਦੇ ਨਾਲ ਸੌਣਾ, ਸਮਝ ਗਿਆ? ਉਹ ਕਹਿੰਦਾ ਸਮਝ ਗਿਆ ਭਰਾਵਾ, ਇਹ ਵਿਆਹ ਜਿਹੜਾ ਨਾ ਇਹ ਮੋਤੀ ਚੂਰ ਦਾ ਲੱਡੂ ਆ, ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ। ਲਓ ਜੀ, ਗੱਲਾਂ ਬਾਤਾਂ ਤੇ ਬਹੁਤ ਕਰ ਲਈਆਂ ਆਪਾਂ, ਪਰ ਤੁਹਾਨੂੰ ਪਤਾ ਹੈ ਜੀ ਕਿ ਪੰਜਾਬ ਦੇ ਵਿੱਚ ਕਹਿੰਦੇ ਕਿ ਮੁੜ ਤੋਂ ਰਾਤ ਦਾ ਕਰਫਿਊ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਬਿਲਕੁਲ ਜੀ, ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਔਰ 15 ਜਨਵਰੀ ਤੱਕ ਸਕੂਲ, ਕਾਲਜ, ਯੂਨੀਵਰਸਿਟੀ ਸਭ ਬੰਦ ਰਹਿਣਗੇ। ਬਿਲਕੁਲ ਜੀ, ਔਰ ਕਿਉਂਕਿ ਕਰੋਨਾ ਦਾ ਜਿਹੜਾ ਦੌਰ ਜਿਹੜਾ ਮੁੜ ਤੋਂ ਜਿਹੜਾ ਉਹ ਹਾਵੀ ਹੋ ਗਿਆ, ਬਹੁਤ ਜ਼ਿਆਦਾ ਕੇਸ ਸਾਹਮਣੇ ਆਉਣ ਲੱਗ ਪਏ ਨੇ, ਔਰ ਉਹਦੇ ਇਹਤਿਆਤ ਵਜੋਂ ਰਾਤ ਦਾ ਕਰਫਿਊ ਜਿਹੜਾ ਸਰਕਾਰ ਵੱਲੋਂ ਲਗਾ ਦਿੱਤਾ ਗਿਆ। ਜਿਵੇਂ ਕਿ ਤੁਸੀਂ ਦੱਸਿਆ ਕਿ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹ ਕਰਫਿਊ ਰਹਿਣਾ, ਔਰ ਨਾਲ ਦੀ ਨਾਲ ਹੋਰ ਜਿਹੜੇ ਹੈਗੇ ਨੇ, ਜਿੱਥੇ ਕੋਈ ਹੈਗਾ ਜਿਮ ਆ, ਕੋਈ ਸ਼ਾਪਿੰਗ ਮਾਲ ਆ, ਕੋਈ ਹੋਰ ਏਸੀ ਬੱਸਾਂ ਵੀ ਹੈਗੀਆਂ, ਜਾਂ ਕੋਈ ਹੋਰ ਹੈਗੇ ਆ ਅਦਾਰੇ ਹੈਗੇ ਆ, ਹੋਟਲ ਹੈਗੇ ਆ, ਉਹਨਾਂ ਦੇ ਵਿੱਚ 50% ਤੋਂ ਵੱਧ ਜਿਹੜੇ ਆ ਉਹ ਆਦਮੀ ਨਹੀਂ ਜਾਣਗੇ। ਔਰ ਇਹ ਵੀ ਸਰਕਾਰ ਨੇ ਕਿਹਾ ਕਿ ਆਪਣੇ ਤੁਸੀਂ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਇਹ ਵੀ ਨਿਸ਼ਚਿਤ ਕਰੋ ਕਿ ਜਿਹੜਾ ਬੰਦਾ ਮਾਸਕ ਲਗਾ ਕੇ ਆਊਗਾ ਉਹਦਾ ਕੰਮ ਹੋਣਾ, ਦੂਸਰੇ ਨੂੰ ਕੋਈ ਨਹੀਂ, ਨੋ ਮਾਸਕ ਨੋ ਸਰਵਿਸ। ਬਿਲਕੁਲ, ਇਹਦੇ ਨਾਲ ਇਹ ਵੀ ਕਿਹਾ ਗਿਆ ਸੀਗਾ ਕਿਉਂਕਿ ਵੋਟਾਂ ਵੀ ਆਉਣ ਵਾਲੀਆਂ ਨੇ ਕਿ ਬਿਨਾਂ ਮਾਸਕ ਤੋਂ ਤੁਸੀਂ ਵੋਟ ਨਹੀਂ ਪਾ ਸਕਦੇ। ਪਰ ਇੱਥੇ ਗੱਲ ਕਹਿਣਾ ਚਾਹਾਂਗੇ, ਦੇਹਰਾਦੂਨ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੇ ਰੈਲੀ ਕੀਤੀ, ਉੱਥੇ ਉਹਨਾਂ ਨੇ ਮਾਸਕ ਨਹੀਂ ਪਾਇਆ ਸੀ। ਮੋਸਟਲੀ ਆਪਾਂ ਦੇਖਦੇ ਹਾਂ, ਆਪਾਂ ਵੀਡੀਓਜ਼ ਵੀ ਦੇਖਦੇ ਹਾਂ ਕਿ ਜਿੰਨੇ ਵੀ ਲੀਡਰ ਨੇ ਉਹ ਮਾਸਕ ਨਹੀਂ ਪਾਉਂਦੇ, ਬਿਨਾਂ ਮਾਸਕ ਤੋਂ ਰੈਲੀਆਂ ਕਰਦੇ ਨੇ। ਬਿਨਾਂ ਮਾਸਕ ਤੋਂ ਤੁਸੀਂ ਵੋਟ ਨਹੀਂ ਪਾ ਸਕਦੇ, ਬਿਨਾਂ ਮਾਸਕ ਤੋਂ ਤੁਹਾਡੀ ਕਿਤੇ ਐਂਟਰੀ ਨਹੀਂ, ਨੋ ਮਾਸਕ ਨੋ ਐਂਟਰੀ। ਤੇ ਬਿਨਾਂ ਮਾਸਕ ਤੋਂ ਤੁਸੀਂ ਰੈਲੀਆਂ ਕਰ ਸਕਦੇ ਹੋ। ਕੇਜਰੀਵਾਲ ਸਾਹਿਬ ਨੂੰ ਵੀ ਤਾਂ ਕਰੋਨਾ ਹੋ ਹੀ ਗਿਆ, ਤੇ ਕੀ ਉਹਨਾਂ ਨੇ ਬਹੁਤਿਆਂ ਦੀ ਜਾਨ ਖਤਰੇ 'ਚ ਨਹੀਂ ਪਾਈ? ਦੇਖੋ, ਜਿਹੜੀ ਉਹ ਰੈਲੀ ਦੇ ਵਿੱਚ ਗਏ ਨੇ, ਉਸ ਰੈਲੀ ਦੇ ਵਿੱਚ ਉਹਨਾਂ ਨੂੰ ਕਰੋਨਾ ਹੋਇਆ, ਹੁਣ ਇਹ ਵੀ ਨਹੀਂ ਪਤਾ ਕਿ ਉਦਣ ਹੀ ਹੋਇਆ ਜਾਂ ਕਿੱਦਣ ਹੋਇਆ। ਖੈਰ, ਉਹ ਪੋਜ਼ਿਟਿਵ ਪਾਏ ਗਏ ਨੇ, ਔਰ ਉਹਨਾਂ ਨੇ ਆਪਣੇ ਬਾਕੀ ਸਾਥੀਆਂ ਨੂੰ ਵੀ ਕਿਹਾ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਰਹੇ ਨੇ ਕਿ ਤੁਸੀਂ ਆਈਸੋਲੇਟ ਹੋਵੋ। ਕਹਿਣ ਦਾ ਮਤਲਬ ਇਹ ਹੈ ਕਿ ਵੈਸੇ ਤੇ ਕਰੋਨਾ ਨੂੰ ਪਤਾ ਨਹੀਂ ਕੀ ਹੋਇਆ ਯਾਰ, ਕਈ ਵਾਰ ਬੰਦਾ ਉਹ ਕੀ ਕਹਿੰਦੇ ਡਿਪਰੈਸ਼ਨ 'ਚ ਹੀ ਆ ਜਾਂਦਾ। ਇਹ ਕਰੋਨਾ ਵੀ ਡਿਪਰੈਸ਼ਨ ਦੇ ਵਿੱਚ ਆਇਆ ਫਿਰਦਾ ਹੈ, ਕਿਉਂਕਿ ਇਹ ਰੈਲੀਆਂ ਦੇ ਵਿੱਚ ਤਾਂ ਜਾਂਦਾ ਹੀ ਨਹੀਂ, ਜਿੱਥੇ ਵੋਟਾਂ ਹੁੰਦੀਆਂ ਉੱਥੇ ਵੀ ਨਹੀਂ ਹੁੰਦਾ। ਤੇ ਪਤਾ ਨਹੀਂ ਸਾਡੇ ਪੰਜਾਬ ਦੇ ਨਾਲ ਕੀ ਇਹਨੂੰ ਦੁਸ਼ਮਣੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਵੋਟਾਂ ਰੱਖ ਲਈਆਂ ਹੈ। ਜਿੱਦਾਂ ਕੁੜੀ ਦਾ ਵਿਆਹ ਧਰਿਆ ਹੁੰਦਾ ਸੀ ਵੀ ਅਸੀਂ ਵੋਟਾਂ ਰੱਖੀਆਂ, ਉਹ ਭਾਈ ਕਰੋਨਿਆ ਤੂੰ ਕਿਸੇ ਹੋਰ ਮੁਲਕ ਦੇ ਵਿੱਚ ਜਾ, ਕਿਸੇ ਹੋਰ ਸੂਬੇ ਦੇ ਵਿੱਚ ਜਾ, ਕਿਸੇ ਹੋਰ ਪਾਸੇ ਜਾ, ਇੱਥੇ ਵੋਟਾਂ, ਇੱਥੇ ਦਨਾਉਂਦੇ ਲੀਡਰ ਫਿਰਨੇ ਨੇ, ਇੱਥੇ ਦਗੜ ਕਰਦੇ। ਤਾਂ ਮੋਦੀ ਸਾਹਿਬ ਨੇ ਵੀ ਆਉਣਾ, ਹਾਂ, ਆਗੂ ਫਿਰਨੇ। ਔਰ ਇਹ ਮੋਦੀ ਸਾਹਿਬ ਭਲਾ ਮਾਸਕ ਤੋਂ ਬਿਨਾਂ ਹੀ ਕੰਮ ਚੱਕਣਗੇ ਤੇ ਜਾਂ ਮਾਸਕ ਲਾ ਕੇ ਕਰਨਗੇ, ਇਹ ਤਾਂ ਬਾਅਦ ਦੀਆਂ ਗੱਲਾਂ। ਪਰ ਜਿਹੜੀਆਂ ਇੰਨੀਆਂ ਵੱਡੀ ਪੱਧਰ ਤੇ ਰੈਲੀਆਂ ਹੋ ਰਹੀਆਂ ਨੇ, ਚੋਣ ਕਮਿਸ਼ਨ ਨੂੰ ਇਹ ਕਿਉਂ ਨਹੀਂ ਦਿਖਾਈ ਦਿੰਦਾ ਕਿ ਏਡੀਆਂ ਵੱਡੀਆਂ ਰੈਲੀਆਂ, ਦੇਖੋ ਬੱਚਿਆਂ ਦੇ ਸਕੂਲ ਦੇ ਵਿੱਚ ਉੱਥੇ ਤਾਂ ਕਰੋਨਾ ਫੈਲਦਾ ਕਿ ਬੱਚੇ ਇਕੱਠੇ ਹੁੰਦੇ ਨੇ, ਬੱਸਾਂ ਦੇ ਵਿੱਚ 50% ਦੀ, ਜੇ 52 ਸੀਟਰ ਹੈਗੀ ਤੇ ਕਹਿੰਦੇ 26 ਬਿਠਾ ਲਓ ਹੈ। 50 ਬੰਦਿਆਂ ਤੋਂ ਬਾਅਦ 51ਵੇਂ ਬੰਦੇ ਨੂੰ ਜਿਹੜਾ ਉਹ ਕਰੋਨਾ ਚੰਬੜ ਜਾਂਦਾ ਹੈ। ਤੇ ਜਿਹੜੀਆਂ ਰੈਲੀਆਂ ਕਹਿੰਦੇ ਇਤਿਹਾਸਕ ਕਰਨੀਆਂ, ਅਸੀਂ ਲੱਖਾਂ ਦੇ ਇਕੱਠ ਕਰਨੇ ਆ, ਹਜ਼ਾਰਾਂ ਦੇ ਇਕੱਠ ਕਰਨੇ ਆ, ਤੇ ਉੱਥੇ ਕਰੋਨਾ ਦਾ ਇਹਨਾਂ ਲੀਡਰਾਂ ਦੇ ਵਾਂਗੂ ਦਮ ਘੁੱਟਦਾ, ਉੱਥੇ ਕਿਉਂ ਨਹੀਂ ਹੁੰਦਾ? ਚੋਣ ਕਮਿਸ਼ਨ ਨੂੰ ਥੋੜੀ ਜਿਹੀ ਸਖਤੀ ਕਰਨੀ ਪਊਗੀ। ਜਾਂ ਤਾਂ ਲੋਕਾਂ ਦੀਆਂ ਜਾਨਾਂ ਬਚਾ ਲਓ, ਜਾਂ ਫਿਰ ਲੋਕਾਂ ਦੇ ਉੱਪਰ ਤੁਸੀਂ ਇਸ ਤਰ੍ਹਾਂ ਦੇ ਬੋਝ ਪਾ ਦਿਓ। ਇਹ ਰੈਲੀਆਂ ਵੀ ਹੋ ਰਹੀਆਂ ਨੇ, ਕਰੋਨਾ ਦੇ ਵੀ ਰੌਲੇ ਹੋ ਰਹੇ ਨੇ, ਰਾਤ ਦਾ ਤੁਸੀਂ ਕਰਫਿਊ ਲਗਾਤਾ, ਰੈਲੀਆਂ ਤੁਸੀਂ ਰੋਕ ਨਹੀਂ ਰਹੇ। ਭਾਈ ਸਾਨੂੰ ਤੇ ਸਮਝ ਨਹੀਂ ਆਉਂਦਾ ਵੀ ਇਹ ਕੀ ਸਿਸਟਮ ਆ, ਅੱਗਾ ਦੌੜ ਤੇ ਪਿੱਛਾ ਚੌੜ ਹੋਈ ਜਾਂਦਾ। ਜੋਗੀ ਜੀ, ਮੈਂ ਤੇ ਨਾ ਉਹਨੂੰ ਪਾਰਟੀ ਲੱਭ ਰਹੀ ਆ ਜਿਹੜੀ 5000 ਰੁਪਏ ਦੇਵੇ। 5000 ਰੁਪਏ ਦੇਵੇ? ਹਾਂ। ਤੁਹਾਨੂੰ? ਹਾਂ। ਪੰਜਵੀਂ ਕੀਤੀ ਹੈ? ਹਾਂ। ਕੀਤੀ ਪੰਜਵੀਂ? ਹਾਂ।
ਅੱਛਾ BA ਵੀ ਕੀਤੀ ਹੈ, MA ਵੀ ਕੀਤੀ ਹੈ। ਤੁਸੀਂ ਹਾਂਜੀ। ਤੇ ਆਪਾ ਲਾ ਹੋ ਜਾਏ, ਤੂੰ ਤੇ ਸਰਕਾਰ ਦੇ ਸਿਰ ਬੋਝ ਪੈ ਗਈ। ਕਿੱਦਾਂ? ਕਿਉਂਕਿ ਇੱਧਰ ਨਵਜੋਤ ਸਿੰਘ ਸਿੱਧੂ ਨਹੀਂ ਕਹਿੰਦੇ ਆ ਹਾਂ ਕਿ ਜਿਹਨੇ ਇੰਨੀ ਉੱਚੀ ਪੜ੍ਹਾਈ ਕੀਤੀ ਹੋਊਗੀ ਉਹਨੂੰ 20,000 ਰੁਪਏ ਦੇਣਾ। ਤੂੰ ਤਾਂ ਮਹਿੰਗੀ ਪੈ ਜਾਣੀ, ਅੱਛਾ ਤੇਰੇ ਤੇ ਤਾਂ DDD ਸੜਕਾਂ ਦੇਣੀ ਚਾਹੀਦੀ। ਹਾਂ ਕਿਉਂਕਿ ਨਵਜੋਤ ਸਿੰਘ ਸਿੱਧੂ ਹਾਂ ਕਿਸੇ ਰੈਲੀ ਦੇ ਵਿੱਚ ਮੂਡ ਦੇ ਵਿੱਚ ਆਏ ਸੀ, ਮੌਜ ਹੀ ਹੁੰਦੀ ਫਕੀਰਾਂ ਦੀ, ਤੇ ਨਾਲੇ ਆਏ ਵੀ ਫਕੀਰਾਂ ਦੀ ਪਾਰਟੀ ਦੇ ਵਿੱਚੋਂ ਵੈਸੇ ਸੀਗੇ। ਫਕੀਰਾਂ ਤੋਂ ਯਾਦ ਆਇਆ, ਹਾਂ। ਖਜ਼ਾਨੇ ਤੇ ਖਾਲੀ ਨੇ। ਹਾਂਜੀ। ਉਦੋਂ ਤਾਂ ਕਹਿੰਦੇ ਸੀਗੇ ਵੀ ਪੰਜਾਬ ਦੇ ਸਿਰ ਇੰਨੇ ਕਰੋੜ ਦਾ ਕਰਜ਼ਾ, ਹੁਣ ਕਰਜ਼ਾ ਹੈ ਨਹੀਂ। ਉਹ ਵੀ ਕਹਿੰਦੇ ਆ, ਉਹਨਾਂ ਨੇ ਵੀ ਕਿਹਾ ਵੀ ਕਰਜ਼ੇ ਅਸੀਂ ਜਿਹੜੇ ਹੈਗੇ ਜੇ ਉਹ ਫਲਾਣਾ ਢਮਕਾਣਾ ਉਹ ਵੀ ਕਰਾਂਗੇ ਪ੍ਰਬੰਧ, ਅਸੀਂ ਮਾਫੀਆ ਰਾਜ ਜਿੰਨੇ ਵੀ ਹੈਗੇ ਸਾਰੇ ਖਤਮ ਕਰਕੇ ਉਹ ਜਿਹੜਾ ਉਹ ਮਾਫੀਆ ਕਮਾਉਂਦਾ ਆ ਉਹ ਅਸੀਂ ਕਮਾ ਲੈਣਾ ਆ, ਤੇ ਅਸੀਂ ਸਾਰਿਆਂ ਨੂੰ ਦਵਾਂਗੇ। ਕਹਿੰਦੇ ਕਿ ਜਿਹਨੇ ਤਾਂ ਕੀਤੀ 5ਵੀਂ, ਠੀਕ ਹੈ ਜੀ, ਉਹਨੂੰ ਅਸੀਂ ਦਵਾਂਗੇ 5,000। ਜਿਹਨੇ ਕੀਤੀ ਹੈਗੀ ਆ 10ਵੀਂ ਉਹਨੂੰ 10,000, ਉਹਨੂੰ 10,000। ਜਿਹੜਾ ਉੱਪਰ ਪੜ ਗਿਆ ਉਹਨੂੰ 20,000। ਨਾਲੇ 2,000 ਰੁਪਏ ਪਰ ਮੰਥ ਵੀ ਮਿਲਣਾ ਸਾਨੂੰ। ਯਾਰ ਤੁਹਾਨੂੰ ਤੇ ਵੀ ਯਾਰ ਇਹ ਤਾਂ ਕਮਾਲ ਹੀ ਹੋਗੇ। ਮੈਂ ਤਾਂ 5,000 ਵਾਲੀ ਉਡੀਕਣ ਡਈ ਆ ਹਾਲੇ ਦੇਖੋ, ਵੀ। ਗੱਲ ਇਹ ਵੱਧ ਆਫਰ ਦੀ ਉਡੀਕ ਕਰਨੀ ਚਾਹੀਦੀ ਵੱਡਾ ਹੈ ਨਾ। ਸੋਚੋ, ਵੱਡਾ ਸੋਚੋ, ਵੱਡੇ ਰਕਮ। ਤੁਸੀਂ ਤਾਂ ਕੋਈ 8 ਕੰਮ ਸਿਲੰਡਰ ਵੀ ਫ੍ਰੀ ਆ। ਹਾਂ ਯਾਰ ਇਹ ਤਾਂ ਮੈਂ ਸੋਚਿਆ ਨੀ। ਤੁਹਾਨੂੰ 8 ਸਿਲੰਡਰ ਵੀ ਮਿਲ ਜਾਣੇ। ਹਾਂ ਬਹੁਤ ਵਧੀਆ ਬਈ ਭਾਈ। ਹੁਣ ਤਾਂ ਇਹ ਸਾਰੀਆਂ ਵੋਟਾਂ ਨਾ ਇਹ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੁਣੀ ਲੈ ਜਾਣਗੇ। ਪਰ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਣ ਕੇਜਰੀਵਾਲ ਨੇ 1,000 ਰੁਪਏ ਦਿੱਤਾ ਸੀ ਉਦੋਂ ਤਾਂ ਚੱਕ ਕੇ ਉਹਦੇ ਮੂੰਹ ਦੇ ਮਾਰਦੇ ਸੀ ਪੀਕ। ਹਾਂ, ਤੇ ਅੱਜ ਕਿਹੜੇ ਮੂੰਹ ਦੇ ਨਾਲ 2-2 ਹਜ਼ਾਰ ਰੁਪਇਆ ਦੇ ਰਹੇ ਹੋ? ਉਦੋਂ ਤਾਂ ਕਹਿੰਦੇ ਸੀ ਪੰਜਾਬੀਆਂ ਦੀ ਅਣਖ ਨੂੰ ਵੰਗਾ ਰਿਹਾ ਹੈ, ਤੇ ਹੁਣ ਪੰਜਾਬੀਆਂ ਦੀ ਅਣਖ ਤੁਹਾਡੇ 2,000 ਰੁਪਏ ਦੇ ਥੱਲੇ ਦੱਬ ਕੇ ਰਹਿ ਜੂ। ਹੁਣ ਤੁਹਾਡੇ ਜੇਕਰ ਕਿਸੇ ਨੇ ਮੂੰਹ ਤੇ ਮਾਰਿਆ ਤਾਂ ਫੇਰ ਕੀ ਕਹੋਗੇ? ਸੋ ਇੱਥੇ ਅਸੀਂ ਬੋਲਦੇ ਕੁਛ ਆ, ਕਰਦੇ ਕੁਛ ਆ, ਕਹਿੰਦੇ ਕੁਛ ਆ, ਦਿਖਦੇ ਕੁਛ ਆ, ਹੁੰਦੇ ਕੁਛ ਹੋ ਰਿਹਾ। ਨਵਜੋਤ ਸਿੰਘ ਸਿੱਧੂ ਹੁਣੀ ਵੀ ਆਪਣੀਆਂ ਹੀ ਗੱਲਾਂ ਨੂੰ ਕੱਟ ਰਹੇ। ਇਹ ਨਵਜੋਤ ਸਿੰਘ ਸਿੱਧੂ ਨੇ ਕਹੀ ਸੀ ਕਿ ਜੇਕਰ ਕੇਜਰੀਵਾਲ ਮੇਰੀ ਘਰਵਾਲੀ ਦੇ ਖਾਤੇ ਦੇ ਵਿੱਚ 1,000 ਰੁਪਇਆ ਪਾਵੇ ਮੈਂ ਉਹਦੇ ਮੂੰਹ ਤੇ ਮਾਰੂੰਗਾ, ਤੇ ਜੇਕਰ ਹੁਣ ਤੁਸੀਂ ਪਾਉਂਗੇ ਕਿਸੇ ਦੇ ਖਾਤਿਆਂ ਦੇ ਵਿੱਚ, ਅਗਲਾ ਮੂਹਰੇ ਕੇਜਰੀਵਾਲ ਦਾ ਭਗਤ ਹੋਇਆ ਉਹ ਲਿਆ ਕੇ ਤੁਹਾਡੇ ਮੂਹਰੇ 2,000 ਰੁਪਇਆ ਸੁੱਟ ਦੇਵੇ, ਪਰ ਤੁਸੀਂ ਕੀ ਕਰੋਗੇ? ਸਾਡੇ ਇੱਥੇ ਜੇਕਰ 20,000 ਰੁਪਇਆ ਸਾਰੀਆਂ ਬੀਬੀਆਂ ਨੂੰ ਮਿਲਣਾ ਪਏ, ਕਿਉਂਕਿ ਸਾਡੀਆਂ ਬੀਬੀਆਂ ਪੜ੍ਹ ਲੈ ਕੇ ਗਈਆਂ, ਵੈਲ ਐਜੂਕੇਟਡ ਆ। 5ਵੀਂ ਕਿਹੜੇ ਘਰ ਦੇ ਵਿੱਚ 5ਵੀਂ ਨਹੀਂ ਹੋਈ, ਪਰ ਉਹਨਾਂ ਵਿਚਾਰੀਆਂ ਨੂੰ ਹੁਣ ਸਰਟੀਫਿਕੇਟ ਨਹੀਂ ਨਾ ਲੱਭਣੇ। ਉਹ ਤਾਂ 2-2 ਹਜ਼ਾਰ ਜੋਗੀਆਂ ਰਹਿ ਗਈ। ਮੇਰੇ ਕੋ ਵੀ ਨਹੀਂ ਹੈਗਾ 5ਵੀਂ ਵਾਲਾ। ਆਹੀ ਤਾਂ ਰੋਣਾ ਜੀ। ਚੱਲ ਖੈਰ ਤੇਰਾ ਤਾਂ ਉਹ MA ਵਾਲਾ ਚੱਲ ਜੂ। +2 ਕੀਤੀ ਹੈ, ਆਹੋ ਫੇਰ ਠੀਕ ਆ, ਫੇਰ ਤਾਂ ਤੈਨੂੰ ਮਿਲ ਜਾਣਾ। ਕਹਿਣ ਦਾ ਮਤਲਬ ਇਹ ਹੈ ਕਿ ਹੁਣ ਇਹ ਜਿਹੜੇ ਸਾਨੂੰ ਲਾਲਚ ਦਿੱਤੇ ਜਾ ਰਹੇ ਨੇ, ਇੱਥੇ ਇਹ ਸੋਚ ਲੈਣ ਕਿ ਪੰਜਾਬ ਨੂੰ ਤੁਸੀਂ ਨਕਾਰਾ, ਪੰਜਾਬ ਨੂੰ ਤੁਸੀਂ ਨਿਕੰਮਾ, ਪੰਜਾਬ ਨੂੰ ਤੁਸੀਂ ਲਾਚਾਰ, ਪੰਜਾਬ ਨੂੰ ਤੁਸੀਂ ਬੇਵਸ, ਪੰਜਾਬ ਨੂੰ ਤੁਸੀਂ ਅਪਾਹਜ ਕਰਨ ਤੇ ਤੁਰੇ ਹੋਏ ਹੋ। ਸਾਰੇ ਲੀਡਰ ਸਾਨੂੰ ਫ੍ਰੀ 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 ਫ੍ਰੀ, ਸਾਨੂੰ ਤੁਸੀਂ ਇਹ ਜਿਹੜੀਆਂ ਗੱਲਾਂ ਕਰਦੇ ਹੋ 20-20 ਹਜ਼ਾਰ ਰੁਪਈਆ ਦੇਣ ਦੀਆਂ, ਤੁਸੀਂ 20-20 ਹਜ਼ਾਰ ਰੁਪਈਏ ਦੀਆਂ ਨੌਕਰੀਆਂ ਤਾਂ ਦੇ ਦਿਓ। ਸਾਡੀਆਂ MBA ਪੜ੍ਹੀਆਂ ਕੁੜੀਆਂ, MA ਕੀਤੀਆਂ ਕੁੜੀਆਂ, ਉਹ 5-5 7-7 ਹਜ਼ਾਰ ਨੂੰ ਰੋਣ ਡੀਆਂ। 올림픽ਸ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਪਿੱਛੇ ਜਿਹਨਾਂ ਨੂੰ ਲਾਂਤਾਂ ਪਾਈਆਂ ਉਸ ਖਿਡਾਰਨ ਨੇ। ਹਾਂ, ਤੁਸੀਂ ਇਹ ਦੇਖੋ ਕਿ ਉਹ 5-5 7-7 ਹਜ਼ਾਰ ਤੇ ਇਹ ਪ੍ਰਾਈਵੇਟ ਸਕੂਲਾਂ ਵਾਲੇ ਉਹ ਰੋਲੀ ਜਾਂਦੇ ਨੇ ਬੱਚਿਆਂ ਨੂੰ। ਸਾਡੇ ਬੱਚੇ ਜਿਹੜੇ ਆ ਉਹ ਟੈਂਕੀਆਂ ਤੇ ਚੜੇ ਫਿਰਦੇ ਨੇ। ਉਹ ਘੱਟੋ ਘੱਟ ਉਹਨਾਂ ਨੂੰ ਟੈਂਕੀਆਂ ਤੋਂ ਤਾਂ ਉਤਾਰ ਲਓ, ਸਾਡੇ ਖਾਤੇ ਦੇ ਵਿੱਚ ਤੁਸੀਂ ਪੈਸੇ ਬਾਅਦ ਵਿੱਚ ਪਾਇਓ, ਪਹਿਲਾਂ ਪੰਜਾਬ ਨੂੰ ਆਪਣੇ ਪੈਰਾਂ ਸਿਰ ਖੜਾ ਕਰ ਦਿਓ। ਜੋਗੀ ਜੀ ਗੱਲਾਂ ਹੋਰ ਵੀ ਬਹੁਤ ਸਾਰੀਆਂ ਨੇ, ਪਰ ਤੱਤੀਆਂ ਗੱਲਾਂ ਕਰਾਂਗੇ ਬ੍ਰੇਕ ਤੋਂ ਬਾਅਦ। ਮਿਲਦੇ ਇਸ ਵਕਫੇ ਤੋਂ ਬਾਅਦ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਪੰਜਾਬੀ ਸਾਥ ਵਿੱਚ ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬੀ ਨੈਸ਼ਨਲ ਟੀਵੀ ਤੇ। ਸਾਡਾ ਸਾਥ ਬਣਿਆ ਹੋਇਆ ਜੀ ਇਸ ਵੇਲੇ ਤੁਹਾਡੇ ਨਾਲ, ਤੇ ਇੱਧਰ ਰਮਨੀਕ ਕੌਰ ਜੀ ਵੀ ਹੈਗੇ ਨੇ ਸਾਡੇ। ਤੁਸੀਂ ਤਾਂ ਮੈਨੂੰ ਫੋਕਸ ਕਰਾਤਾ ਸੀ। ਨਹੀਂ ਜੀ, ਤੁਹਾਡਾ ਪੂਰਾ ਫੋਕਸ ਬਣਾ ਕੇ ਰੱਖਾਂਗੇ ਅਸੀਂ, ਔਰ ਸਾਡਾ ਵੀ ਤੁਹਾਡੇ ਤੇ ਫੋਕਸ ਆ, ਔਰ ਸਾਡੇ ਦਰਸ਼ਕ ਜਿਹੜੇ ਹੈਗੇ ਆ ਉਹ ਵੀ ਤੁਹਾਡੇ ਨਾਲ ਬਹੁਤ ਚੰਗੀ ਤਰ੍ਹਾਂ ਦੇ ਨਾਲ ਘੁਲੇ ਮਿਲੇ ਹੋਏ ਆ। ਅੱਛਾ, ਘੁਲੇ ਮਿਲੇ ਤਾਂ ਹੈਗੇ ਨੇ, ਪਰ ਘੋਲ ਬਹੁਤ ਹੁੰਦਾ ਆਪਣਾ। ਦੇਖੋ ਗੱਲ ਇਹ ਹੈ ਕਿ ਇਹ ਵਿਚਾਰਾਂ ਦੀ ਜਿਹੜੀ ਸਾਂਝ ਆ, ਇਹ ਵਿਚਾਰਾਂ ਦੀ ਜਿਹੜੀ ਲੜਾਈ ਆ, ਇਹ ਵਿਚਾਰਾਂ ਦੀ ਜਿਹੜੀ ਕੀ ਕਹਿੰਦੇ ਇੱਕ ਲੜਾਈ ਵੀ ਹੁੰਦੀ, ਪਿਆਰ ਵੀ ਹੁੰਦਾ। ਇਹ ਹੋਣਾ ਚਾਹੀਦਾ। ਔਰ ਵਿਚਾਰਾਂ ਦੀ ਲੜਾਈ ਲੜਦਿਆਂ ਲੜਦਿਆਂ ਕਈ ਵਾਰ ਦਮ ਘੁੱਟਣ ਲੱਗ ਪੈਂਦਾ। ਦਮ ਘੁੱਟਣ ਤੋਂ ਯਾਦ ਜਦੋਂ ਵਿਚਾਰ ਨਾ ਮਿਲਣਾ ਦਮ ਘੁੱਟਣ ਤੋਂ ਯਾਦ ਆਇਆ, ਇੰਨੀ ਛੇਤੀ ਦਮ ਘੁੱਟਦਾ ਕਿਸੇ ਦਾ ਮੈਂ ਪਹਿਲੀ ਵਾਰੀ ਵੇਖਿਆ। 6 ਦਿਨਾਂ ਬਾਅਦ ਲਾਡੀ ਜਿਹੜੇ ਨੇ ਉਹ ਕਾਂਗਰਸ 'ਚ ਵਾਪਸ ਆ ਗਏ ਨੇ, BJP ਦੇ ਵਿੱਚ ਗਏ ਸੀ। ਬਿਲਕੁਲ ਜੀ। ਔਰ ਕਹਿੰਦੇ ਨੇ ਹੁੰਦੇ ਨੇ ਕਿ ਨਵੀਂ ਬੋਟੀ ਦਾ ਸਾਰਿਆਂ ਨੂੰ ਚਾਹ ਹੁੰਦਾ ਹੈ। ਇਸੇ ਤਰ੍ਹਾਂ ਪਾਰਟੀ ਭਾਵੇਂ ਪੁਰਾਣੀ ਹੈ, ਪਰ ਨਵੇਂ ਸਾਰੇ ਆਗੂ ਉਧਰ ਨੂੰ ਜਾ ਰਹੇ ਨੇ, ਜਿਹਦੇ ਵਿੱਚ ਵੱਡੇ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਫਤਿਹ ਜੰਗ ਸਿੰਘ ਬਾਜਵਾ। ਔਰ ਜਦੋਂ ਬਾਜਵਾ ਸਾਹਿਬ ਚੱਲੇ ਤੇ ਕਹਿੰਦੇ ਤਾਈ ਦੀ ਧੀ ਚੱਲੀ ਮੈਂ ਕਰਾਇਆ ਕੱਲੀ। ਤੇ ਸ੍ਰੀ ਹਰਗੋਬਿੰਦਪੁਰ ਤੋਂ ਜਿਹੜੇ MLA ਨੇ ਬਲਵਿੰਦਰ ਸਿੰਘ ਲਾਡੀ,
ਉਹ ਮਾਰ ਕੇ ਛੜੱਪਾ ਪਹੁੰਚ ਲਾਡ ਗਏ। ਨਹੀਂ ਮਿਲਿਆ ਉਹਨਾਂ ਨੂੰ ਨਹੀਂ ਨਹੀਂ, ਉਹ ਭਾਰਤੀ ਜਨਤਾ ਪਾਰਟੀ ਚ ਗਏ ਉੱਥੇ ਜਦੋਂ ਗਏ ਆ ਤੇ ਉੱਥੇ ਮਸੀਂ ਉਹਨਾਂ ਦਾ ਹਫਤਾ ਹੀ ਔਖਿਆਂ ਸੌਖਿਆਂ ਦਾ ਲੰਘਿਆ ਮਾਣ ਤਾਣ ਦੇ ਵਿੱਚ। ਦਮ ਘੁੱਟ ਗਿਆ। ਇਹ ਉੱਥੇ ਮੈਨੂੰ ਇੱਕ ਹੁਣ ਸਟੋਰੀ ਯਾਦ ਆ ਰਹੀ ਹੈ, ਕਹਾਣੀ ਯਾਦ ਆ ਰਹੀ ਹੈ। ਜ਼ਰੂਰ। ਹੋਇਆ ਕੀ, ਕਿਸੇ ਨਾ ਵਕੀਲ ਦਾ ਵਿਆਹ ਹੋ ਜਾਂਦਾ ਹੈ। ਵਕੀਲ ਦਾ ਵਿਆਹ ਪੂਰੇ ਸ਼ਾਨੋ ਸ਼ੌਕਤ ਦੇ ਨਾਲ, ਵਾਜਿਆਂ ਗਾਜਿਆਂ ਦੇ ਨਾਲ, ਢੋਲ ਟਮੱਕਿਆਂ ਦੇ ਨਾਲ ਜਾਂਦਾ। ਵਿਆਹ ਕਰਕੇ ਤੇ ਕੁੜੀ ਘਰੇ ਲਿਆਉਂਦਾ। ਕੁੜੀ ਵਿਚਾਰੀ ਭੋਲੀ ਭਾਲੀ ਹੁੰਦੀ, ਮੇਰੇ ਵਰਗੀ, ਪਤਾ ਹੀ ਕੱਖ ਨਹੀਂ ਹੁੰਦਾ ਨਾ ਦੁਨੀਆ ਦਾ। ਸੱਚੀ ਸੱਚੀ ਬਸ ਉਹਨੇ ਕੀ ਮਾਸੂਮ ਜਿਹੀ। ਮਾਸੂਮ ਮੈਨੂੰ ਲਫ਼ਜ਼ ਨਹੀਂ ਸੀ ਲੱਭ ਰਿਹਾ, ਪਤਾ ਹੀ ਕੱਖ ਨਹੀਂ ਦੁਨੀਆ ਦਾ। ਹਾਂ। ਉਹ ਜਦੋਂ ਨਾ ਕੰਗਣਾ ਖੇਡਣ ਲੱਗੇ, ਵਕੀਲ ਸਾਹਿਬ ਕਹਿੰਦੇ ਇਹ ਗੱਲ ਸੁਣ ਲਓ, ਇੱਕ ਕੰਗਣਾ ਖੇਡਾਂਗੇ ਬਾਅਦ ਵਿੱਚ, ਪਹਿਲਾਂ ਸਾਡੇ ਵੀ ਆਪਣੀਆਂ ਕੋਈ ਰੌਹ ਰੀਤਾਂ ਹੈਗੀਆਂ, ਅਸੀਂ ਵੀ ਵਕਾਲਤ ਸਿੱਖੀ ਹੈ, ਇਹ ਕਾਲਾ ਗੁੜ ਐਵੇਂ ਨਹੀਂ ਪਾਇਆ। ਕਹਿੰਦੇ ਜੀ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ? ਕਹਿੰਦਾ ਰੁਕੋ। ਲਓ ਜੀ, ਸਾਰੇ ਘਰ ਦੇ ਵਿੱਚ ਸਨਾਟਾ ਪੈ ਗਿਆ। ਅੱਛਾ। ਕਿ ਵਕੀਲ ਸਾਹਿਬ ਹੁਣ ਪਤਾ ਨਹੀਂ ਕਿਹੜੀ ਦਲੀਲ ਕੱਢ ਲਿਆਉਣ। ਲਓ ਜੀ, ਵਕੀਲ ਸਾਹਿਬ ਆਏ, ਉਹਨਾਂ ਨੇ ਉਹਦੇ ਅੱਗੇ ਕੁਝ ਕੀਤਾ। ਉਹਨੂੰ ਕਹਿੰਦੇ ਵੀ ਇਹਦੇ ਤੇ ਹੱਥ ਰੱਖ ਕੇ ਸਹੁੰ ਖਾ ਕੇ ਕਹਿ ਕਿ ਜੋ ਕਹੇਂਗੀ ਸੱਚ ਕਹੇਂਗੀ, ਸੱਚ ਦੇ ਸਿਵਾ ਕੁਝ ਨਹੀਂ ਕਹੇਂਗੀ। ਅੱਛਾ। ਕੁੜੀ ਨੇ ਸੱਚ ਸੱਚ ਕਹਿਤਾ, ਸਵੇਰੇ ਤਲਾਕ ਹੋ ਗਿਆ। ਇਸੇ ਤਰ੍ਹਾਂ ਹੀ ਬਲਵਿੰਦਰ ਸਿੰਘ ਲਾਡੀ ਹੁਣੀ ਵੀ 7 ਦਿਨ ਦੇ ਲਈ ਗਏ ਆ, ਹਲੇ ਕੰਗਣਾ ਵੀ ਨਹੀਂ ਖੇਡੇ, ਅਗਲਿਆਂ ਦਾ ਤਲਾਕ ਹੋ ਗਿਆ। ਭਾਰਤੀ ਜਨਤਾ ਪਾਰਟੀ ਵਿੱਚ ਵੀ ਉਹਨਾਂ ਦਾ ਦਮ ਘੁੱਟਦਾ ਸੀ, ਕਾਂਗਰਸ ਵਿੱਚ ਵੀ ਦਮ ਘੁੱਟਦਾ ਸੀ। ਹੁਣ ਕਾਂਗਰਸ ਵਾਲੇ ਨੇ ਕਿਹੜਾ ਐਗਜ਼ੌਸਟ ਫੈਨ ਲਾਤਾ, ਨਾ ਆਕਸੀਜਨ ਕਿੱਥੋਂ ਮਿਲੀ, ਹੁਣ ਕਿਹੜਾ ਸਿਲੰਡਰ ਲਾਤਾ ਇਹਨਾਂ ਦਾ ਵੀ ਭਾਈ ਤੂੰ ਸੌਖੇ ਸੌਖੇ ਸਾਹ ਲੈ। ਪਤਾ ਲੱਗਿਆ ਕਿ ਉਹਨਾਂ ਨੂੰ ਹੁਣ ਟਿਕਟ ਦੀ ਆਕਸੀਜਨ ਦਿੱਤੀ ਗਈ ਆ ਕਿ ਤੂੰ ਭਾਈ ਸਾਡੇ ਵੱਲੋਂ ਹੀ ਆ ਜਾ, ਅਸੀਂ ਜਿੱਤੀਏ ਜਾਂ ਹਾਰੀਏ, ਪਰ ਤੂੰ ਸਾਡੇ ਵੱਲੋਂ ਆਣ ਕੇ ਟਿਕਟ ਲੜ ਤੇ ਤੈਨੂੰ ਅਸੀਂ ਐਮਐਲਏ ਬਣਾਵਾਂਗੇ। ਤੇ ਇਸੇ ਚੱਕਰ ਦੇ ਵਿੱਚ ਟਿਕਟ ਲੈਣੀ ਉਧਰ ਗਏ ਸੀ, ਟਿਕਟ ਹੀ ਇੱਧਰ ਮਿਲ ਗਈ। ਤੇ ਜਦੋਂ ਫਿਰ ਆਪਣੇ ਘਰੋਂ ਹੀ ਸਾਰਾ ਕੁਝ ਮਿਲ ਜਵੇ ਤੇ ਬੰਦਾ ਕਰਿਆਨੇ ਦੀ ਹੱਟੀ ਤੋਂ ਗੁੜ ਲੈਣ ਕਿਉਂ ਜਾਵੇ? ਜੋਗੀ ਜੀ, ਤੁਸੀਂ ਸੱਚ ਦੀ ਗੱਲ ਕੀਤੀ ਹੈ ਨਾ। ਮੈਂ ਸੱਚ ਦੀ ਗੱਲ ਹੀ ਕਰਦਾ, ਸੱਚੀਆਂ ਹੀ ਸੁਣਾਉਂਦਾ। ਸੱਚੀਆਂ ਹੀ ਸੁਣਾਉਂਦੇ ਹੋ। ਉਧਰ ਜਿਹੜੇ ਮੇਘਾਲਿਆ ਦੇ ਰਾਜਪਾਲ ਨੇ ਸਤਪਾਲ ਮਲਿਕ, ਉਹਨਾਂ ਦੀ ਵੀ ਇੱਕ ਸੱਚੋ ਸੱਚੀ ਵੀਡੀਓ ਜਿਹੜੀ ਬੜੀ ਵਾਇਰਲ ਹੋਈ ਹੈ, ਔਰ ਉਹ ਕਹਿ ਰਹੇ ਨੇ ਕਿ ਮੋਦੀ ਸਾਹਿਬ ਹੋਰਾਂ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਇਦਾਂ ਦਾ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਮੈਂ ਗਿਆ, ਤੇ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਕਿਸਾਨ ਮਾਰ ਗਏ ਨੇ, ਕਹਿੰਦੇ ਮੇਰੇ ਲਈ ਮਰੇ। ਕਹਿੰਦੇ ਬਹੁਤ ਹੰਕਾਰੇ ਹੋਏ ਸੀਗੇ ਉਸ ਵੇਲੇ ਮੋਦੀ ਸਾਹਿਬ, ਤੇ ਉਹਨਾਂ ਨੇ ਬਾਅਦ ਚ ਮੈਨੂੰ ਅਮਿਤ ਸ਼ਾਹ ਦੇ ਕੋਲ ਭੇਜ ਦਿੱਤਾ। ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ। ਤੇ ਅਦਰਵਾਈਜ਼ ਤਾਂ ਮੋਦੀ ਸਾਹਿਬ ਕਹਿੰਦੇ ਸੀ ਵੀ ਅਸੀਂ ਤਾਂ ਕਿਸਾਨਾਂ ਦਾ ਹਿੱਤ ਚਾਹੁੰਦੇ ਆ, ਹੁਣ ਸੱਚਾਈ ਕੁਝ ਹੋਰ ਹੀ ਸਾਹਮਣੇ ਆਈ ਹੈ। ਦੇਖੋ, ਜਿਹੜੇ ਮਲਿਕ ਸਾਹਿਬ ਸੀਗੇ ਨਾ, ਇਹ ਸ਼ੁਰੂ ਤੋਂ ਹੀ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਜੀ। ਬਹੁਤ ਵਾਰੀ ਉਹਨਾਂ ਨੂੰ ਆਪਣੀ ਪਾਰਟੀ ਦੇ ਕੋਲ ਝਾੜਾਂ ਵੀ ਪਈਆਂ, ਔਰ ਇੱਥੇ ਵੀ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਕਿਹਾ ਕਿ ਮੈਨੂੰ ਕਿਹਾ ਗਿਆ ਕਿ ਤੂੰ ਅਨੁਸ਼ਾਸਨ ਦੇ ਵਿੱਚ ਰਹਿ, ਇਹ ਅਸੀਂ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਇਹ ਵੀਡੀਓ ਇਹ ਅੱਜ ਦੀ ਹੈ ਜਾਂ ਪੁਰਾਣੀ ਹੈ? ਇਹ ਕਾਨੂੰਨ ਜਦੋਂ ਵਾਪਸ ਲਏ ਆ, ਇਹ ਉਸ ਤੋਂ ਬਾਅਦ ਦੀ ਹੈ ਜਾਂ ਪਹਿਲਾਂ ਦੀ, ਇਹਦੇ ਬਾਰੇ ਅਸੀਂ ਕੋਈ ਪੁਸ਼ਟੀ ਨਹੀਂ ਕਰ ਸਕਦੇ। ਪਰ ਇਹ ਵੀਡੀਓ ਹੁਣ ਨਵੀਂ ਸਾਹਮਣੇ ਆਈ ਹੈ। ਇਹਦੇ ਵਿੱਚ ਦੇਖੋ, ਸਰਕਾਰ ਉਦੋਂ ਸੱਚੀ ਮੁੱਚੀ, ਸਰਕਾਰ ਕੀ, ਸਰਕਾਰ ਦੇ ਜਿਹੜੇ ਛੋਟੇ ਛੋਟੇ ਆਗੂ ਨਹੀਂ ਹੁੰਦੇ ਜੀ, ਜੋ ਮੰਨ ਲਓ ਪਿੰਡਾਂ ਦੇ ਵਿੱਚ ਵੀ ਤੁਰੇ ਫਿਰਦੇ, ਉਹ ਵੀ ਆਕੜੇ ਫਿਰਦੇ ਸੀ ਕਿ ਕਾਨੂੰਨ ਵਾਪਸ ਨਹੀਂ ਹੋਣੇ, ਅਸੀਂ ਟਸ ਤੋਂ ਮਸ ਨਹੀਂ ਹੋਣਾ। ਪਰ ਕਿਸਾਨਾਂ ਦੇ ਅੱਗੇ ਝੁਕਣਾ ਪਿਆ। ਦੂਸਰਾ ਦੌਰ ਸੀ ਵੋਟਾਂ ਦਾ ਜੀ, 5 ਸੂਬਿਆਂ ਦੇ ਵਿੱਚ ਵੋਟਾਂ ਪੈਣੀਆਂ ਸੀਗੀਆਂ, ਔਰ ਉਹਨਾਂ ਦੇ ਵਿੱਚ ਅਗਲਿਆਂ ਨੂੰ ਆਪਣਾ ਕੁਝ ਪੈਰ ਟਿਕਦਾ ਹੋਇਆ ਨਜ਼ਰ ਨਹੀਂ ਸੀ ਆ ਰਿਹਾ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਵੀ ਮੂੰਹ ਦੀ ਖਾਣੀ ਪਈ ਸੀਗੀ, ਔਰ ਹੋਰ ਵੀ ਜਿੱਥੇ ਜਿੱਥੇ ਚੋਣਾਂ ਹੋਈਆਂ, ਚਾਹੇ ਛੋਟੀਆਂ ਸੀ ਜਾਂ ਵੱਡੀਆਂ ਸੀਗੀਆਂ, ਉੱਥੋਂ ਫਿਰ ਅਗਲਿਆਂ ਦੇ ਡੱਬੇ ਖਾਲੀ ਨਿਕਲੇ। ਤਾਂ ਉਹਨਾਂ ਨੂੰ ਫਿਰ ਇਹ ਫੈਸਲਾ ਲੈਣਾ ਪਿਆ ਕਿ ਭਾਈ ਇਹ ਕਾਨੂੰਨ ਵਾਪਸ ਲੈ ਲਓ, ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਚੋਣਾਂ ਹੋਣੀਆਂ ਉੱਥੇ ਸਾਨੂੰ ਹਾਨੀ ਨਾ ਹੋ ਜਾਵੇ, ਨੁਕਸਾਨ ਨਾ ਹੋ ਜਾਵੇ। ਅਗਲੇ ਨੇ ਸੋਚਿਆ ਆਪਣਾ ਫਾਇਦਾ, ਤੇ ਉਹਨਾਂ ਨੇ ਉਹ ਕਾਨੂੰਨ ਵਾਪਸ ਲੈ ਲਏ। ਹੁਣ ਇਹ ਮਲਿਕ ਸਾਹਿਬ ਜਿਹੜੇ ਕਹਿੰਦੇ ਨੇ, ਦੇਖੋ ਉਹ ਹੁਣ ਇੱਕ ਵੱਡੇ ਅਹੁਦੇ ਤੇ ਬੈਠੇ ਹੋਏ ਨੇ, ਝੂਠ ਹੋ ਕਿਉਂ ਬੋਲਣਗੇ? ਬਿਲਕੁਲ ਸਹੀ। ਤੇ ਉਹਨਾਂ ਨੇ ਜੋ ਦੱਸਿਆ ਹੈਗਾ ਉਹ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਆ। ਲੋਕਾਂ ਨੂੰ ਅਸੀਂ ਕੀ ਸਮਝਾਈਏ? ਲੋਕ ਬੜੇ ਸਿਆਣੇ ਆ, ਲੋਕ ਬੜੇ ਵਿਦਵਾਨ ਆ, ਇਹਨਾਂ ਦੀ ਸੋਚ ਵੱਡੀ ਹੈ, ਔਰ ਇਹਨਾਂ ਨੇ ਫੈਸਲਾ ਕਰਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਰਨਾ ਹੈ। ਬਿਲਕੁਲ, ਅਸੀਂ ਕੀ ਕਰਨਾ ਹੈ ਤੇ ਲੋਕ ਦੱਸਣਗੇ। ਪਰ ਜੇ ਸੱਚਾਈ ਦੀ ਗੱਲ ਕਰੀਏ ਨਾ, ਤੇ ਕਰੋਨਾ ਨੂੰ ਲੈ ਕੇ ਵੀ ਬਹੁਤ ਸਾਰੀਆਂ ਸੱਚਾਈਆਂ ਸਾਹਮਣੇ ਆ ਰਹੀਆਂ ਨੇ। ਬਿਹਾਰ ਦੇ ਨਾਲੰਦਾ, ਜਿੱਥੋਂ ਦੀ ਯੂਨੀਵਰਸਿਟੀ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ, ਬਿਹਾਰ ਦੇ ਨਾਲੰਦਾ ਦੇ ਵਿੱਚ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 3 ਜਨਵਰੀ ਕੱਲ ਨੂੰ ਵੈਕਸੀਨੇਸ਼ਨ ਸ਼ੁਰੂ ਹੋਈ ਸੀ 15 ਸਾਲ ਤੋਂ 18 ਸਾਲ ਦੀ ਉਮਰ ਵਰਗ ਦੇ ਜਿਹੜੇ ਨੌਜਵਾਨ ਨੇ, ਮੁੰਡੇ ਕੁੜੀਆਂ, ਉਹਨਾਂ ਦੀ। ਕੱਲ ਉੱਥੇ ਦੇ 2 ਮੁੰਡਿਆਂ ਨੂੰ, 2 ਭਰਾ ਨੇ, ਉਹਨਾਂ ਨੂੰ ਵੈਕਸੀਨ ਲੱਗੀ ਹੈ। ਪਰ ਜਿਹੜੀ ਜਿਸ ਵੈਕਸੀਨ ਦਾ ਟ੍ਰਾਇਲ ਦੇਸ਼ ਦੇ ਵਿੱਚ ਨਹੀਂ ਹੋਇਆ ਬੱਚਿਆਂ ਦੇ ਉੱਪਰ, ਇਸ ਉਮਰ ਵਰਗ ਦੇ ਉੱਪਰ, ਕੋਵਿਸ਼ੀਲਡ, ਉਹ ਉਹਨਾਂ ਨੂੰ ਲਗਾ ਦਿੱਤੀ ਗਈ ਹੈ ਤੇ ਸਰਟੀਫਿਕੇਟ ਫੜਾ ਦਿੱਤਾ ਗਿਆ ਕੋਵੈਕਸੀਨ ਦਾ। ਦੇਖੋ ਗੱਲ ਇਹ ਹੈ ਕਿ ਚਲੋ ਜਿਹੜੀ ਵੈਕਸੀਨ ਲਗਾਈ ਗਈ ਹੈ ਇਹ ਅਣਗਹਿਲੀ ਹੈ ਜੀ।
ਜਿਹੜੀ ਦੀ ਘੋਸ਼ਣਾ ਹੋਈ ਹੈ, ਐਲਾਨ ਹੋਇਆ, ਉਹ ਵੈਕਸੀਨ ਲੱਗਣੀ ਚਾਹੀਦੀ ਸੀ ਜਿਹਦਾ ਟ੍ਰਾਇਲ ਹੋਇਆ, ਹੋਣੀ ਉਹ ਹੀ ਚਾਹੀਦੀ ਸੀ ਜੀ। ਪਰ ਫੇਰ ਵੀ ਰੱਬ ਦਾ ਸ਼ੁਕਰ ਮਨਾਓ ਤੁਸੀਂ, ਕਿਉਂ? ਅਗਲਿਆਂ ਨੇ ਲਾਈ ਤੇ ਕਰੋਨਾ ਵੈਕਸੀਨ ਹੀ ਹੈ, ਅੱਛਾ, ਚਾਹੇ ਕੋਵਿਸ਼ੀਲਡ ਆ ਚਾਹੇ ਕੋਵੈਕਸਿਨ ਆ। ਤੁਸੀਂ ਇਹ ਸ਼ੁਕਰ ਮਨਾਓ ਕਿਤੇ ਕੁੱਤੇ ਦੇ ਹਲਕਾ ਵਾਲੇ ਟੀਕੇ ਨਹੀਂ ਲਾਤੇ ਹੈ। ਕੁੱਤੇ ਦੇ ਹਲਕਾ ਵਾਲੇ ਜਾਂ ਤੁਹਾਨੂੰ ਪਤਾ ਨਹੀਂ, ਹਾਂ। ਕਿਉਂਕਿ ਜਦੋਂ ਇਹ ਟੀਕੇ ਲੱਗਣੇ ਸ਼ੁਰੂ ਹੋਏ ਸੀ, ਸ਼ੁਰੂ ਦੇ ਵਿੱਚ ਤੇਰੇ ਵਰਗੀਆਂ 2 ਬੀਬੀਆਂ ਗਈਆਂ ਸੀ ਟੀਕਾ ਲਗਵਾਉਣ, ਅਗਲੀਆਂ ਨੂੰ ਕੁੱਤੇ ਦੇ ਹਲਕਾ ਵਾਲੇ ਟੀਕੇ ਲਾਤੇ ਸੀ। ਓਹੋ। ਤੇ ਇਦਾਂ ਹੀ ਦੇਖੋ ਫਿਰ ਕੁੱਤੇ ਦੇ ਹਲਕਾ ਵਾਲੇ ਟੀਕੇ ਲਵਾਉਣ ਗਏ ਤੇ ਉਹਨਾਂ ਨੂੰ ਕੋਵਿਸ਼ੀਲਡ ਲਗਾਤੀ। ਇੱਥੇ ਅਣਗਹਿਲੀਆਂ ਜਿਹੜੀਆਂ ਅੰਤ ਹੀ ਨਹੀਂ ਕੋਈ ਅਣਗਹਿਲੀਆਂ ਦਾ, ਵੀ ਕਿੰਨੀਆਂ ਅਣਗਹਿਲੀਆਂ ਹੋ ਰਹੀਆਂ। ਸੋ ਇਹਨਾਂ ਅਣਗਹਿਲੀਆਂ ਤੋਂ ਸਬਕ ਨਹੀਂ ਸਿੱਖਦਾ ਸਾਡਾ ਮਹਿਕਮਾ, ਸਾਡਾ ਸਿਹਤ ਮਹਿਕਮਾ ਸੁਚੇਤ ਨਹੀਂ ਹੁੰਦਾ, ਕਿਉਂਕਿ ਅਫੜਾ ਤਫੜੀ ਪਈ ਹੋਈ ਆ ਕਿ ਫਟਾਫਟ ਟੀਕੇ ਲਗਾ ਦਈਏ। ਭਾਈ ਲਗਾਓ ਟੀਕੇ, ਪਰ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਨਾ ਕਰੋ। ਸੋ ਬੇਨਤੀ ਹੈ ਕਿ ਸਾਰੇ ਜਣੇ ਟੀਕਾ ਵੀ ਲਗਵਾਉਣ, ਇਹ ਵੈਕਸੀਨੇਸ਼ਨ ਪੂਰੀ ਕਰਵਾਉਣ ਤਾਂ ਕਿ ਅਸੀਂ ਇਸ ਕਰੋਨਾ ਤੋਂ ਜਿੱਤ ਸਕੀਏ। ਪਰ ਸਾਨੂੰ ਤੇ ਜਾਗਰੂਕ ਕਰਦੇ ਹੋ, ਇਹਨਾਂ ਲੋਕਾਂ ਨੂੰ ਤੇ ਜਾਗਰੂਕ ਕਰਦੇ ਹੋ। ਪਹਿਲਾਂ ਆਪਣੇ ਉਹਨਾਂ ਡਾਕਟਰਾਂ ਨੂੰ ਵੀ ਸਮਝਾਓ ਕਿ ਭਾਈ ਇਹਨਾਂ ਦੇ ਇੰਜੈਕਸ਼ਨ ਲਾਉਣਾ ਤੇ ਕਿਹੜਾ ਲਾਉਣਾ। ਜੋਗੀ ਜੀ, ਮੇਰਾ ਕਦੇ ਕਦੇ ਦਿਲ ਕਰਦਾ ਹੈ ਕਿ ਮੈਂ ਤੁਹਾਡੇ ਤੋਂ ਕੋਈ ਗਿਫਟ ਮੰਗਾ। ਮੇਰੇ ਕੋਲੋਂ? ਹਾਂ, ਮੇਰੇ ਕੋਲੋਂ ਗਿਫਟ ਮੰਗ ਲਓ ਜੀ, ਤੁਸੀਂ ਭਾਵੇਂ ਜਿੰਨਾ ਮਰਜ਼ੀ ਮਹਿੰਗਾ ਮੰਗੋ। ਨਹੀਂ, ਨਵੇਂ ਸਾਲ ਦਾ ਮੈਨੂੰ ਕੋਈ ਗਿਫਟ ਨਹੀਂ ਦਿਓ। ਤੁਸੀਂ ਹੁਕਮ ਕਰੋ ਕਿਹੜਾ ਗਿਫਟ ਚਾਹੀਦਾ, ਗਿਫਟ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਮੰਗ ਲਓ। ਅੱਛਾ, ਹੋਰ ਆਪਾਂ ਕਿਹੜਾ ਦੇਣਾ? ਆਹੋ ਤੇ ਹੋਰ ਕੀ, ਤੁਸੀਂ ਜੋ ਮਰਜ਼ੀ ਮੰਗ ਲਓ। ਨਹੀਂ, ਬੰਦਾ ਕਵੇ ਕਿ ਚੱਲ ਕੁੜੀਏ ਤੈਨੂੰ ਸਮਾਰਟ ਵਾਚ ਦੇਣਾ, ਤੈਨੂੰ ਕੋਈ ਸੂਟ ਸਾੜੀ ਲੈ ਕੇ ਦੇਣਾ, ਵੀ ਤੂੰ ਮੇਰੇ ਨਾਲ ਕੰਮ ਕਰਦੀ ਆ, ਮੈਨੂੰ ਵੀ ਤਨਖਾਹਾਂ ਆਉਂਦੀਆਂ ਨੇ, ਤੇਰਾ ਜੋ ਦਿਲ ਕਰਦਾ ਮੈਂ ਦੇ ਦਿੰਦਾ। ਹਾਂਜੀ, ਕੋਈ ਗੱਲ ਨਹੀਂ ਜੀ, ਆਪਾਂ ਕਿਹੜਾ ਕੁਝ ਲੈ ਕੇ ਦੇਣਾ, ਤੁਸੀਂ ਜੋ ਮਰਜ਼ੀ ਆਪਣੇ ਮਨ ਦੇ ਵਿੱਚ ਖਿਆਲੀ ਪਲਾਓ ਬਣਾਓ। ਮੇਰਾ ਦੋਸਤ ਮੈਨੂੰ ਟੱਕਰੇ ਦੇ, ਅੱਛਾ, ਕਹਿੰਦਾ ਯਾਰ ਤੇਰੀ ਭਰਜਾਈ ਯਾਰ ਬਹੁਤ ਤੰਗ ਕਰਦੀ, ਹਾਂ, ਇੰਨਾ ਮੈਨੂੰ ਤਾਂ ਟੰਗਿਆ ਪਿਆ ਯਾਰ, ਹਰ ਹਫ਼ਤੇ 10,000 ਰੁਪਏ, ਹਰ ਹਫ਼ਤੇ 10,000 ਰੁਪਏ। ਹੈ, ਮੈਂ ਕਿਹਾ ਯਾਰ ਇਹ ਤਾਂ ਕੋਈ ਨਜਾਇਜ਼ ਆ, ਨਜਾਇਜ਼ ਆ ਵੀ ਯਾਰ ਉਹ ਤੂੰ ਘੱਟੋ ਘੱਟ ਇਹ ਤਾਂ ਦੱਸ ਵੀ ਉਹ ਇੰਨੇ ਪੈਸਿਆਂ ਦਾ ਕਰਦੀ ਕੀ ਆ। ਆਹੋ, ਕਹਿੰਦਾ ਮੈਨੂੰ ਕੀ ਪਤਾ। ਮੈਂ ਕਿਉਂ, ਤੈਨੂੰ ਕਿਉਂ ਨਹੀਂ ਪਤਾ? ਕਹਿੰਦਾ ਆਪਾਂ ਕਿਹੜਾ ਕਰੀ ਦਿੱਤੇ ਆ। ਕਹਿਣ ਨੂੰ ਇੱਥੇ ਕੰਜੂਸਾਂ ਦੀ ਘਾਟ ਨਹੀਂ, ਕਮੀ ਨਹੀਂ ਹੈਗੀ। ਇੱਥੇ ਸਾਡੇ ਜੇਕਰ ਸਮਾਜ ਦੇ ਵਿੱਚ ਕੰਜੂਸ ਨਾ ਹੋਣ ਤਾਂ ਕਿੱਥੋਂ ਹਾਸਾ ਪੈਦਾ ਹੋ। ਇੱਕ ਵਾਰੀ ਇੱਕ ਕੰਜੂਸ, ਉਹ ਧੁੱਪ ਚੜੀ ਸਰਦੀਆਂ ਦੀ, ਉਹ ਫਲੈਟ ਦੇ ਵਿੱਚ ਰਹਿ ਰਿਹਾ ਸੀਗਾ। ਅੱਛਾ, ਤੇ ਉਹ ਕਹਿੰਦਾ ਕਿ ਯਾਰ ਉਹ ਸਿਖਰ ਚੱਲਦੇ ਫਲੈਟਾਂ ਦੇ ਵਿੱਚ, ਕਿਹੜਾ ਕੋਈ ਛੱਤਾਂ ਵਿਟਾਮਿਨ ਡੀ ਲੈਂਦੇ ਆ। ਉਹ ਸਿਖਰ ਤੇ ਚੜਾ ਗਿਆ, ਨਾਲੇ ਕਹਿੰਦਾ ਆਪਣੀ ਟੈਂਕੀ ਦੇਖਦੇ ਪਾਣੀ ਵਾਲੀ। ਲਓ ਜੀ, ਜਦੋਂ ਸਿਖਰ ਤੇ ਗਿਆ ਉਹਦਾ ਵਿਚਾਰੇ ਦਾ ਪੈਰ ਤਿਲਕ ਗਿਆ। ਓਹੋ ਹੋ, ਉਹ ਸਿੱਧੇ ਥੱਲੇ ਆ ਰਿਹਾ। ਓਹੋ, ਜਦੋਂ ਆਪਣੇ ਫਲੈਟ ਦੇ ਕੋਲ ਆਇਆ ਨਾ, ਉਹਦੀ ਰਸੋਈ ਦੇ ਵਿੱਚ ਉਹਦੀ ਘਰ ਵਾਲੀ ਰੋਟੀ ਪਕਾਉਣ ਡਈ। ਜਾਂਦਾ ਜਦੇ ਕਹਿ ਗਿਆ, ਕਹਿੰਦਾ ਅੱਜ ਮੇਰੀ ਨਾ ਆਪਣੀ ਲਾ ਲਓ ਚਾਰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕੰਜੂਸ ਜਿਹੜੇ ਆ ਆਪਣੇ ਬਾਰੇ ਬਹੁਤ ਸੋਚਦੇ ਆ। ਇਹ ਚੀਜ਼ਾਂ ਇੱਕ ਹੋਰ ਸੁਣਾਵਾਂ ਤੁਹਾਨੂੰ, ਹਾਸੇ ਵਾਲੀ ਗੱਲ। ਕੋਈ ਕੰਜੂਸ ਵਿਚਾਰਾ, ਉਹ ਬਿਮਾਰ ਪੈ ਗਿਆ, ਮੰਜੇ ਤੇ ਪਿਆ ਹੋਇਆ। ਹੱਸ ਲਓ ਤੁਸੀਂ, ਪਹਿਲਾਂ ਹੱਸ ਲਓ। ਮੇਰਾ ਪਹਿਲੇ ਤੋਂ ਹੀ ਹਾਸਾ ਕੰਟਰੋਲ ਨਹੀਂ ਹੋ ਰਿਹਾ ਕਿ ਬੰਦਾ ਮਾਰ ਰਿਹਾ ਤੇ ਮੇਰੀ ਰੋਟੀ ਨਾ ਪਕਾਈ। ਫਿਰ ਕਿਉਂ ਅਗਲੇ ਨੇ ਖਰਚਾ ਪਾਉਣਾ ਆਪਣੇ ਟੱਬਰ ਦੇ ਸਿਰ? ਉਹੀ ਟੱਬਰ ਦਾ ਗੰਗ ਤੇ ਕੋਈ ਕੰਮ ਆਜੂ। ਕੀ ਹੋਇਆ, ਕੰਜੂਸ ਵਿਚਾਰਾ ਬਿਮਾਰ ਪਿਆ। ਜਦੋਂ ਬਿਮਾਰ ਪਿਆ ਤੇ ਉਹਨੇ, ਬਿਮਾਰ ਬੰਦੇ ਦੀ ਆਪਣੀ ਭਾਵਨਾ ਹੁੰਦੀ ਹੈ। ਉਹ ਪਿੰਡ ਦੇ ਵਿੱਚ ਬਹੁਤ ਕੰਜੂਸ ਗਿਣਿਆ ਗਿਆ ਸੀਗਾ। ਅੱਛਾ, ਤੇ ਅੰਤਮ ਸਾਹਾਂ ਦੇ ਉੱਪਰ ਡਾਕਟਰ ਕਹਿੰਦੇ ਵੀ ਘਰ ਲੈ ਜਾਓ ਇਹਨੂੰ। ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਵਿਚਾਰੇ ਨੂੰ। ਓਹੋ, ਗੱਲਾਂ ਕਰ ਰਿਹਾ, ਕਹਿੰਦਾ ਮੇਰੀ ਘਰ ਵਾਲੀ ਕਿੱਥੇ ਆ? ਠੀਕ ਹੈ, ਉਹ ਕਹਿੰਦੀ ਜੀ ਮੈਂ ਕੋਲ ਹੀ ਆ ਤੁਹਾਡੇ। ਮੈਂ ਕਿੱਥੇ ਜਾਣਾ? ਕਹਿੰਦਾ ਠੀਕ ਹੈ। ਕਹਿੰਦਾ ਮੇਰੀ ਕੁੜੀ ਕਿੱਥੇ ਆ ਵੱਡੀ? ਉਹ ਕਹਿੰਦੀ ਪਾਪਾ ਜੀ ਕੋਲ ਹੀ ਆ ਮੈਂ। ਨੇ ਵੀ ਹੱਥ ਫੜ ਲਿਆ ਫਟਾਫਟ। ਕਹਿੰਦਾ ਠੀਕ ਹੈ ਠੀਕ ਹੈ। ਛੋਟੀ ਕਿੱਥੇ ਆ? ਉਹ ਕਹਿੰਦੀ ਪਾਪਾ ਜੀ ਮੈਂ ਇੱਥੇ ਕੋਲ ਹੀ ਖੜੀ ਆ। ਇਹ ਰਾਜਨ ਕਿੱਥੇ ਆ? ਰਾਜਨ ਫਟਾਫਟ ਨਠਾਇਆ, ਕਹਿੰਦਾ ਹਾਂਜੀ ਪਾਪਾ ਜੀ, ਹਾਂਜੀ ਪਾਪਾ ਇੱਥੇ ਹੀ ਆ ਮੈਂ। ਕਹਿੰਦਾ ਓਕੇ। ਤੇ ਉਹ ਆਪਣਾ ਕਿੱਥੇ ਆ ਮਹੇਸ਼, ਕਿੱਥੇ ਆ? ਉਹ ਵੀ ਨਠਾਇਆ, ਕਹਿੰਦਾ ਪਾਪਾ ਜੀ ਇੱਥੇ ਹੀ ਆ। ਕਹਿੰਦਾ ਮਰ ਜਾਓ ਸਾਰਾ ਟੱਬਰ, ਮੇਰੇ ਆਲੇ ਦੁਆਲੇ ਇਕੱਠੇ ਹੋ ਜਾਓ, ਦੁਕਾਨ ਤੁਹਾਡੇ ਫੇਰ ਹੀ ਖੁੱਲ੍ਹਣੀ। ਵੀ ਨੁਕਸਾਨ ਕਿਉਂ ਕਰਾਉਣਾ? ਦੇਖੋ ਗੱਲ ਇਹ ਆ ਕਿ ਜਿਹੜੇ ਕੰਜੂਸ ਆ ਉਹਨਾਂ ਦੇ ਆਪਣੇ ਕਿਰਦਾਰ ਆ, ਔਰ ਉਹ ਕਿਰਦਾਰ ਜਿਹੜੇ ਆ ਉਹ ਅੱਜ ਸਾਡੇ ਸਮਾਜ ਦੇ ਵਿੱਚ ਇੱਧਰ ਉੱਧਰ ਤੁਰੇ। ਹੱਸ ਲਓ। ਅੱਜ ਤੁਹਾਡਾ ਜਿਹੜਾ ਖੂਨ ਆ, ਮੈਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਇਹ ਸੂਟ ਰੰਗਾ ਖੂਨ ਆ ਮੇਰਾ। ਬਹੁਤ ਜ਼ਿਆਦਾ ਤੁਹਾਡਾ ਖੂਨ ਅੱਜ ਵੱਜਣਾ। ਹੱਸਣਾ ਜਿਹੜਾ ਉਹ ਪ੍ਰਮਾਤਮਾ ਬਖਸ਼ਿਸ਼ ਕਰਦਾ। ਚਲੋ ਜੀ, ਇਹ ਹੱਸਦੇ ਜਿਹੜੇ ਆ ਨਾ ਚਿਹਰੇ ਆ, ਇਹ ਸੋਹਣੇ ਲੱਗਦੇ। ਦੇਖੋ ਬੰਦਾ ਭਾਵੇਂ ਕੋਈ ਉੱਚਾ ਹੋਵੇ, ਮਧਰਾ ਹੋਵੇ, ਮੋਟਾ ਹੋਵੇ, ਪਤਲਾ ਹੋਵੇ, ਗੋਰਾ ਹੋਵੇ, ਕਾਲਾ ਹੋਵੇ, ਉਹਦੇ ਨਸਾਂ ਫਿਰੀਆਂ ਹੋਣ, ਚਾਹੇ ਤਿੱਖੀਆਂ ਹੋਣ, ਅੱਖਾਂ ਉਹਦੀਆਂ ਚੁੰਨੀਆਂ ਹੋਣ, ਚਾਹੇ ਮੋਟੀਆਂ,
ਉਹ ਜਦੋਂ ਹੱਸਦਾ ਨਾ ਉਹ ਸੋਹਣਾ ਹੀ ਲੱਗਦਾ। ਹੁਣ ਤੁਸੀਂ ਵੀ ਹੱਸਦੇ ਸੋਹਣੇ ਲੱਗਦੇ ਆ, ਉਹਦਾ ਭਾਵੇਂ ਲੱਗੋ ਨਾ ਲੱਗੋ। ਖਬਰਦਾਰ ਜੇ ਮੈਨੂੰ ਹੁਣ ਹੱਸਦੇ ਰਵਾਇਆ। ਦੇਖੋ ਮੈਂ ਤਾਂ ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਹਾਂ ਹੱਸਣਾ ਜ਼ਰੂਰੀ ਹੈ, ਜੀ। ਔਰ ਇਹ ਕੰਜੂਸੀ ਜਿਹੜੀ ਹੈ ਨਾ ਹਰ ਇੱਕ ਦੇ ਆਪਣੇ ਖੂਨ ਦੇ ਵਿੱਚ ਹੁੰਦੀ ਹੈ। ਇਹ ਵੈਸੇ ਆਪਣੇ ਖੂਨ ਚ ਵੀ ਲੱਗਦੀ ਆ, ਮੈਨੂੰ ਕੋਈ ਵਾਕਈ ਦੇਖੋ ਦੱਸ ਅਸੀਂ ਦਿਓ। ਨਜਾਇਜ਼ ਖਰਚਾ ਕਰਦੇ ਹੀ ਨਹੀਂ। ਅੱਛਾ ਅਸੀਂ ਤਾਂ ਇਹਨਾਂ ਚੀਜ਼ਾਂ ਦੇ ਖਿਲਾਫ ਹਾਂ। ਉਹਨੂੰ ਤੁਸੀਂ ਕੰਜੂਸੀ ਕਹਿ ਲਓ, ਉਹਨੂੰ ਤੁਸੀਂ ਜੋ ਮਰਜ਼ੀ ਕਹਿ ਲਓ। ਇਦਾਂ ਹੋਇਆ ਇੱਕ ਵਾਰੀ ਮੇਰੇ ਨਾਲ, ਜਲੰਧਰ ਦੇ ਬੱਸ ਅੱਡੇ ਤੇ ਖੜਾ ਮੈਂ, ਅੱਛਾ ਜਲੰਧਰ ਦੇ ਬੱਸ ਅੱਡੇ ਤੇ ਖੜਾ, ਇੱਕ ਮੰਗਤਾ ਆਇਆ, ਕਹਿੰਦਾ ਭਾਜੀ 4 ਰੁਪਏ ਦਿਓ ਵੀ ਮੈਂ 4 ਰੋਟੀਆਂ ਖਾ ਲਵਾਂ, 4 ਦਿਨਾਂ ਤੋਂ ਭੁੱਖ ਹਾਂ। ਅੱਛਾ ਤੇ ਮੈਨੂੰ ਤੁਸੀਂ 4 ਰੁਪਏ ਦਿਓ। ਉਹ ਮੈਂ ਕਿਹਾ ਜਾ ਬਾਬਾ ਮੇਰੇ ਕੋਲ ਤਾਂ 4 ਰੁਪਏ ਕਿੱਥੋਂ ਆਣੇ, ਚੱਲ ਜਾ ਪਰੇ। ਉਹ ਫੇਰ ਆ ਗਿਆ, ਅੱਛਾ ਕਹਿੰਦਾ ਭਾਜੀ ਦਿਓ 4 ਰੁਪਏ ਜੀ, 4 ਰੋਟੀਆਂ ਖਾ ਲੂੰਗਾ, 400 ਸੀਸਾਂ ਹੀ ਦਊਂਗਾ ਤੁਹਾਨੂੰ। ਹਟੇ ਨਾ ਜੀ, ਪੇਸ਼ ਹੀ ਪੈ ਗਿਆ। ਮੈਂ ਕਿਹਾ ਇਦਾਂ ਗੱਲ ਆ ਵੀ ਤੂੰ ਪਹਿਲਾ ਸਟੈਂਡ ਛੱਡ ਦੇ, ਦੂਜਾ ਛੱਡ ਦੇ, ਤੀਜਾ ਛੱਡ ਦੇ, ਚੌਥੇ ਸਟੈਂਡ ਤੇ ਸਾਡੇ ਪਿੰਡ ਨੂੰ ਬੱਸ ਲੱਗਣੀ ਹੈ। ਪਹਿਲੀ ਛੱਡ ਦੇ, ਦੂਜੀ ਛੱਡ ਦੇ, ਤੀਜੀ ਛੱਡ ਦੇ, ਚੌਥੀ ਬੱਸ ਸਾਡੇ ਪਿੰਡ ਜਾਣੀ ਆ। ਪਹਿਲੀ ਸੀਟ ਤੇ ਨਾ ਬੈਠੀ, ਦੂਜੀ ਤੇ ਨਾ ਬੈਠੀ, ਤੀਜੀ ਤੇ ਨਾ ਬੈਠੀ, ਚੌਥੀ ਤੇ ਬਹਿ ਜੀ। ਪਹਿਲੀ ਵਾਰ ਪੁੱਛੂ, 2 ਵਾਰੀ ਪੁੱਛੂ, 3 ਵਾਰੀ ਪੁੱਛੂ, ਚੌਥੀ ਵਾਰ ਪੁੱਛੂ ਕੰਡਕਟਰ ਟਿਕਟ ਲੈ ਲਈ। ਪਹਿਲਾ ਪਿੰਡ ਛੱਡ ਦੇ, ਦੂਜਾ ਛੱਡ ਦੇ, ਤੀਜਾ ਛੱਡ ਦੇ, ਚੌਥਾ ਪਿੰਡ ਮਿੱਤਰਾਂ ਦਾ। ਉਸ ਪਿੰਡ ਨੂੰ 4 ਜਾਂਦੇ ਰਾਹ, ਪਹਿਲਾ ਛੱਡ ਦੇ, ਦੂਜਾ ਛੱਡ ਦੇ, ਤੀਜਾ ਛੱਡ ਦੇ, ਚੌਥਾ ਰਾਹ ਸਿੱਧਾ ਸਾਡੇ ਪਿੰਡ ਨੂੰ। ਉਸ ਪਿੰਡ ਦੇ ਵਿੱਚ 4 ਮਹੱਲੇ ਆ, ਪਹਿਲਾ ਛੱਡ ਦੇ, ਦੂਜਾ ਛੱਡ ਦੇ, ਤੀਜਾ ਛੱਡ ਦੇ, ਚੌਥਾ ਮਹੱਲਾ ਸਾਡਾ। ਉਸ ਮਹੱਲੇ ਨੂੰ 4 ਗਲੀਆਂ, ਪਹਿਲੀ ਛੱਡ ਦੇ, ਦੂਜੀ ਛੱਡ ਦੇ, ਤੀਜੀ ਛੱਡ ਦੇ, ਚੌਥੀ ਗਲੀ ਸਾਡੇ ਘਰ ਨੂੰ ਜਾਂਦੀ ਹੈ। ਉਸ ਗਲੀ ਦੇ ਵਿੱਚ 4 ਘਰ ਆ, ਪਹਿਲਾ ਛੱਡ ਦੇ, ਦੂਜਾ ਛੱਡ ਦੇ, ਤੀਜਾ ਛੱਡ ਦੇ, ਚੌਥਾ ਘਰ ਸਾਡਾ। ਉਸ ਘਰ ਨੂੰ 4 ਦਰਵਾਜ਼ੇ ਆ, ਪਹਿਲਾ ਛੱਡ ਦੇ, ਦੂਜਾ ਛੱਡ ਦੇ, ਤੀਜਾ ਛੱਡ ਦੇ, ਚੌਥਾ ਦਰਵਾਜ਼ਾ ਸਾਡਾ। ਉਸ ਦਰਵਾਜ਼ੇ ਦੇ ਅੰਦਰ ਵੜਦੇ ਸਾਰੇ 4 ਕਮਰੇ ਆ, ਪਹਿਲਾ ਛੱਡ ਦੇ, ਦੂਜਾ ਛੱਡ ਦੇ, ਤੀਜਾ ਛੱਡ ਦੇ, ਚੌਥਾ ਕਮਰਾ ਖੋਲ ਲੈ। ਉਸ ਕਮਰੇ ਦੇ ਵਿੱਚ 4 ਅਲਮਾਰੀਆਂ ਪਈਆਂ, ਪਹਿਲੀ ਛੱਡ ਦੇ, ਦੂਜੀ ਛੱਡ ਦੇ, ਤੀਜੀ ਛੱਡ ਦੇ, ਚੌਥੀ ਅਲਮਾਰੀ ਖੋਲ ਲੈ। ਉਸ ਅਲਮਾਰੀ ਦੇ ਵਿੱਚ 4 ਰਖਨੇ ਆ, ਉਸ ਰਖਨਿਆਂ ਦੇ ਵਿੱਚੋਂ ਪਹਿਲਾ ਛੱਡ ਦੇ, ਦੂਜਾ ਛੱਡ ਦੇ, ਤੀਜਾ ਛੱਡ ਦੇ, ਚੌਥਾ ਰਖਨਾ ਖੋਲ ਲੈ। ਉਹਦੇ ਵਿੱਚ 4 ਕਿਤਾਬਾਂ ਪਈਆਂ, ਪਹਿਲੀ ਛੱਡ ਦੇ, ਦੂਜੀ ਛੱਡ ਦੇ, ਤੀਜੀ ਛੱਡ ਦੇ, ਚੌਥੀ ਕਿਤਾਬ ਚੱਕ ਲਈ। ਉਸ ਕਿਤਾਬ ਦੇ ਵਿੱਚ ਪਹਿਲਾ ਪੰਨਾ ਛੱਡ, ਦੂਜਾ ਛੱਡ, ਤੀਜਾ ਛੱਡ, ਚੌਥੇ ਪੰਨੇ ਤੇ ਭਰਾਵਾ ਮੇਰੀ ਮਾਂ ਦੀ ਤਸਵੀਰ ਪਈ, ਉਹਦੀ ਸੌਂ ਲੱਗੇ 4 ਰੁਪਏ। ਯਾਰ ਕੋਈ ਗੱਲ ਆ, ਇਹ 4 ਦਾ ਕੀ ਰੌਲਾ? ਤੇ ਯਾਰ ਉਹਨੇ ਵੀ ਮੈਨੂੰ 4 ਰੁਪਏ ਮੰਗੇ ਸੀ ਕਿ 4 ਰੁਪਏ ਦੇ 4 ਰੋਟੀਆਂ ਖਾਊਂਗਾ, 400 ਸੀਸਾਂ ਦੂੰਗਾ। ਮੈਂ ਵੈਸਾ 4 ਦਾ ਚੱਕਰ ਚਲਾਇਆ ਕਿ ਉਹ 9 ਤੋਂ 11 ਹੋ ਗਿਆ। ਇਸ ਬੰਦੇ ਨੂੰ ਗੌਰ ਦੇ ਨਾਲ ਦੇਖੋ, ਜਿੰਨੀ ਗੌਰ ਦੇ ਨਾਲ ਦੇਖ ਸਕਦੇ ਹੋ ਦੇਖੋ। ਇਸ ਬੰਦੇ ਦਾ ਨਾਮ ਰੱਟ ਲਓ। ਹਾਂਜੀ, ਅੱਜ ਤੋਂ ਬਾਅਦ ਇਹਨੂੰ ਨਹੀਂ ਕਹਿਣਾ। ਹਾਂ ਬਿਲਕੁਲ। ਔਰ ਕੁੜੀਆਂ ਖਾਸ ਕਰਕੇ ਦੇਖਣ, ਉਹ ਵੀ ਰੱਟ ਲੈਣ। ਆ ਫੋਨ ਨੰਬਰ ਬਾਅਦ ਦਵਾਂਗੇ। ਖੈਰ ਚਿੱਠੀਆਂ ਚਿੱਠੀ ਆਈ ਹੈ ਜੀ, ਇਹ ਆਈ ਹੈ ਮੇਘਨਾ ਦੀ। ਮੇਘਨਾ ਮਾਰਕਲ ਤਾਂ ਨਹੀਂ? ਨਹੀਂ। ਓਕੇ, ਮੈਂ ਕਿਹਾ ਸਾਡੀ ਭਾਬੀ ਇੱਧਰ ਸਾਨੂੰ ਚਿੱਠੀ ਪਾਉਣ ਲੱਗ ਪਈ। ਨਹੀਂ, ਮੇਘਨਾ ਕਹਿੰਦੀ ਹੈ ਕਿ ਜੇ ਲਾਈਫ ਦੇ ਵਿੱਚ ਕੋਈ ਸਮੱਸਿਆ ਹੋਵੇ ਤੇ ਜੋਗੀ ਜੀ ਕੀ ਕਰੀਏ? ਲਓ ਜੀ ਮੇਘਨਾ ਜੀ, ਜ਼ਿੰਦਗੀ ਵੈਸੇ ਸਮੱਸਿਆ ਇੱਕ, ਪਰ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤੇ ਉਹਨੂੰ ਤੁਸੀਂ ਆਪਣੇ WhatsApp ਸਟੇਟਸ ਤੇ ਪਾ ਦਿਓ। ਹਾਂਜੀ, ਤੇ ਬਸ 24 ਘੰਟੇ ਬਾਅਦ ਸਮੱਸਿਆ ਖਤਮ, ਉੱਡੀ ਜਾਣੀ ਹੈ, ਗਾਇਬ, ਸਟੇਟਸ ਵਾਂਗ ਗਾਇਬ। ਬਿਲਕੁਲ। ਓਕੇ ਜੀ, ਲੈ ਲਓ ਜਵਾਬ, ਤੁਹਾਨੂੰ ਮਿਲ ਗਿਆ ਬੜਾ ਵਧੀਆ ਜਵਾਬ, ਸਿੱਧਾ ਜਵਾਬ। ਹਾਂ, ਤੇ ਇਹ ਬਚਿੱਤਰ ਨੇ ਲਿਖੀ ਚਿੱਠੀ। ਅੱਛਾ। ਕਹਿੰਦੇ ਨੇ ਕਿ ਰਿਮੋਟ ਵਾਲੀਆਂ ਚਾਬੀਆਂ ਆਉਂਦੀਆਂ ਨੇ ਹੁਣ ਹਰ ਇੱਕ ਤਾਲੇ ਨੂੰ ਤਕਰੀਬਨ। ਜੇ ਸੋਚੋ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਤਾਲੇ ਰਿਮੋਟ ਦੇ ਨਾਲ ਖੁੱਲਣ, ਚਾਬੀ ਨਾ ਹੋਵੇ, ਫਿਰ ਸਾਡਾ ਕਲਚਰ ਖਤਮ ਹੋ ਜਾਣਾ ਜੀ। ਕਿਹੜਾ? ਸੱਭਿਆਚਾਰ ਮੁੱਕ ਜਾਣਾ ਜੀ। ਕੀ? ਆਹ ਲੋਕਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਿਆ ਕਰਾਂਗੇ ਕਿ ਇਹ ਜਿਹੜੀਆਂ ਚਾਬੀਆਂ ਅੱਜ ਬਟਨਾਂ ਦੇ ਟੂ 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 ਕਰਕੇ ਖੁੱਲ ਜਾਂਦੀਆਂ, ਕੀ ਦੱਸਿਆ ਕਰਾਂਗੇ ਕਿ ਬੇਟਾ ਇਹ ਜਿਹੜੀ ਚਾਬੀ ਹੈ ਕਦੇ ਕਦੇ ਕੰਨ 'ਚ ਫੇਰਨ ਦੇ ਵੀ ਕੰਮ ਆਉਂਦੀ ਸੀ। ਕੰਨ ਦੇ ਵਿੱਚ ਫੇਰਨ ਤੋਂ ਸੁਣ ਲਓ। ਏਡੀ ਚਾਬੀ ਫੜ ਕੇ ਇੱਕ ਵਾਰੀ ਮੈਂ ਕਾਰ ਦੀ ਖੜਾ ਕੰਨ ਦੇ ਵਿੱਚ ਐ ਫੇਰਨਿਆ, ਮਗਰੋਂ ਇੱਕ ਬੰਦਾ ਆ ਗਿਆ, ਕਹਿੰਦਾ ਭਾਜੀ ਸਟਾਰਟ ਹੋ ਜਾਊਗਾ ਕਿ ਧੱਕਾ ਲਾਈਏ। ਸੋ ਇਹ ਸਭ ਦੀ ਜ਼ਿੰਦਗੀ ਇਦਾਂ ਹੀ ਆ, ਹੱਸਦੇ ਖੇਡਦੇ ਨਿਕਲ ਜਾਵੇ ਤਾਂ ਬਹੁਤ ਚੰਗੀ ਲੱਗਦੀ ਹੈ। ਤੇ ਮੇਰਾ ਖਿਆਲ ਹੈ ਕਿ ਹੱਸਦੇ ਖੇਡਦੇ ਵਿੱਚ ਸਾਨੂੰ ਵੀ ਪਤਾ ਲੱਗਾ ਟਾਈਮ ਕਦੋਂ ਹੋ ਗਿਆ। ਬਿਲਕੁਲ ਜੀ, ਸਮੇਂ ਦਾ ਪਤਾ ਹੀ ਨਹੀਂ ਲੱਗਾ। ਪਰ ਤੁਸੀਂ ਵੀ ਏਦਾਂ ਹੀ ਹਾਸੇ ਖੇੜੇ ਆਪਣੇ ਚਿਹਰੇ ਤੇ ਬਰਕਰਾਰ ਰੱਖੋ, ਮੁਸਕਾਨ ਏਦਾਂ ਹੀ ਕਾਇਮ ਰਵੇ। ਫਿਲਹਾਲ ਦਿਓ ਮੈਨੂੰ ਰਮਨੀਕ ਨੂੰ, ਮੈਨੂੰ ਚਰਨਜੀਤ ਜੋਗੀ ਨੂੰ ਇਜਾਜ਼ਤ। ਇਸੇ ਤਰ੍ਹਾਂ ਹੀ ਤੁਸੀਂ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।